स्वागत। मैं हरजिंदर सिंह रंधावा और मेरे नाल ने प्रोफैसर जमशीद अली खान, साबका डीन पंजाबी यूनिवर्सिटी पटियाला और सीनियर जर्नलिस्ट राजीव भास्कर। बहुत मुद्दा अहम आ। अज पूरा दिन सियासी पार्टियां च घमसान बचिया रहा। स्थिति पंजाब की बड़ी विस्फोटक हुई पई आ इलैक्शन दृश के नज़रिए तो। जदों जमशीद अली खान जी असीं देखते पे आ कि रवायती पार्टियां केजरीवाल नूं सारियां इकट्ठियां हो के पै गईयां, सारी लीडरशिप अरविंद केजरीवाल नूं निशाने ते लै लैंदी है। ਤਾਂ ਇੱਕ ਹੋਰ ਪਹਿਲੂ ਇਸ ਦ੍ਰਿਸ਼ ਦੇ ਵਿੱਚ, ਇੱਕ ਹੋਰ ਪਹਿਲੂ ਜਿਹੜਾ ਬਹੁਤ ਅਹਿਮ ਆ ਕਿ ਕੀ ਅਰਵਿੰਦ ਕੇਜਰੀਵਾਲ ਇਸ ਮੌਕੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦੀ ਹਮਦਰਦੀ ਮਿਲੂਗੀ। ਆਮ ਤੌਰ ਤੇ ਪੰਜਾਬੀਆਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਥੋੜਾ ਜਿਹਾ ਕਮਜ਼ੋਰ ਲੱਗਦਾ ਹੋਵੇ ਜਾਂ ਬਹੁਤੇ ਇਕੱਠੇ ਹੋ ਕੇ ਉਹਦੇ ਮਗਰ ਪੈਣ ਤੇ ਉਹਦੇ ਨਾਲ ਖਲੋਂਦੇ ਆ ਪੰਜਾਬੀ। ਇਸ ਵੇਲੇ ਅਰਵਿੰਦ ਕੇਜਰੀਵਾਲ ਨੂੰ ਜਿਸ ਤਰੀਕੇ ਨਾਲ ਸਿਆਸੀ ਪਾਰਟੀਆਂ ਨੇ ਘੇਰਾਬੰਦੀ ਕਰ ਲਈ ਆ, ਉਹਨੂੰ ਤੁਹਾਨੂੰ ਲੱਗਦਾ ਕੋਈ ਲਾਭ ਹੁੰਦਾ ਦਿਸਦਾ? ਪ੍ਰੋਫੈਸਰ ਜਗਰੂਪ ਸੇਖੋਂ ਜੀ, ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਨਾ? ਬਹੁਤ ਘੱਟ ਆ ਰਹੀ ਆਵਾਜ਼, ਹੁਣ ਆ ਰਹੀ ਮਰਸਨ। ਹਾਂ, ਮੇਰਾ ਸਵਾਲ ਤੁਹਾਨੂੰ ਸਮਝ ਆਇਆ ਜੀ ਕਿ ਸਿਆਸੀ ਪਾਰਟੀਆਂ ਨੇ ਕੇਜਰੀਵਾਲ ਨੂੰ ਘੇਰ ਲਿਆ ਹੈ। ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦੀ ਹਮਦਰਦੀ ਇਹਦੇ ਨਾਲ ਮਿਲ ਜਾਊਗੀ? ਕਿਉਂ ਘੇਰ ਰਹੇ ਆ? ਇਹ ਸਵਾਲ ਵੱਡਾ ਹੈ। ਇਹ ਪਰਦੇ ਦੇ ਪਿੱਛੇ ਵਾਲੀ ਗੱਲ ਹੈਗੀ ਆ ਕਿ ਜੇ ਬਾਈ ਚਾਂਸ ਇਹ ਸਿਆਸੀ ਲੀਡਰ ਜਿਹੜੇ ਰਵਾਇਤੀ ਲੀਡਰ ਹੈ, ਸਿਆਸੀ ਪਾਰਟੀਆਂ, ਜੇ ਕਿਤੇ ਥੋੜੀ ਬਹੁਤੀ ਸਪੇਸ ਦੂਸਰਿਆਂ ਨੂੰ ਮਿਲ ਜਾਂਦੀ ਆ, ਇਹ ਇਨਸਿਕਿਉਰ ਬਹੁਤ ਆ। ਸਾਨੂੰ ਇਹ ਲੱਗਦਾ ਹੈ ਕਿ ਇਹਨਾਂ 'ਚ ਡਰ ਬਹੁਤ ਜ਼ਿਆਦਾ, ਇਹਨਾਂ ਦਹਿਸ਼ਤ ਬਹੁਤ ਜ਼ਿਆਦਾ ਆ। ਚਾਹੇ ਉਹ ਸਭ ਤੋਂ ਵੱਡਾ ਦੇਸ਼ ਦਾ ਮਹਾਰਾਜਾ ਹੋਵੇ ਤੇ ਚਾਹੇ ਇੱਥੋਂ ਦੇ ਲੋਕਲ ਸਾਡੇ ਫਿਊਡਲ ਲਾਰਡਸ ਹੋਣ, ਮੰਤਰੀ, ਮੁੱਖ ਮੰਤਰੀ ਹੋਣ, ਬੇਚੈਨੀ ਬਹੁਤ ਵਾ, ਬੇਚੈਨੀ ਬਹੁਤ ਹੈ ਤੇ ਉਹਨਾਂ ਨੂੰ ਇਨਸਿਕਿਉਰਿਟੀ ਬਹੁਤ ਹੈ। ਉਹਦਾ ਰੀਜ਼ਨ ਇਹ ਹੈਗਾ ਕਿ ਇਹਨਾਂ ਲੋਕਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਛੱਡਿਆ। ਇਹ ਇੱਕ ਵਾਰੀ ਆਉਂਦੇ ਸੀ ਚੁਣ ਕੇ 5 ਸਾਲ ਜਿਹੜਾ ਇਹ ਰਾਜ ਕਰਦੇ ਆ। ਰੰਧਾਵਾ ਸਾਹਿਬ, ਤੁਸੀਂ ਤੇ ਬੜੇ ਮਤਲਬ ਪੱਤਰਕਾਰ ਹੋ, ਭਾਸਕਰ ਸਾਹਿਬ ਵੀ ਹੈਗੇ ਆ, ਜਮਸ਼ੇਦ ਅਲੀ ਸਾਹਿਬ, ਅਸੀਂ ਤਾਂ ਮਾਸਟਰ ਟੀਚਰ ਬੰਦੇ ਹੈਗੇ, ਸਾਡਾ ਬਾਹਰ ਥੋੜਾ ਦੂਰੋਂ ਪੈਂਦਾ ਇਹਨਾਂ ਨਾਲ। ਪਰ ਇਹ ਦੀਨ ਦੁਨੀਆ ਭੁੱਲ ਜਾਂਦੇ, ਇਹ ਰੱਬ ਨੂੰ ਭੁੱਲ ਜਾਂਦੇ ਆ। ਪਰ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਲੋਕ, ਖਾਸ ਕਰਕੇ, ਇਹ ਬਹੁਤ ਚੰਗੀ ਗੱਲ ਆ ਸਾਡੇ ਡੈਮੋਕ੍ਰੈਟਿਕ ਸਿਸਟਮ ਵਾਸਤੇ ਆਉਣ ਵਾਲੇ ਸਮੇਂ ਤੇ। ਮੈਨੂੰ ਲੱਗਦਾ ਕਿ ਇਹ ਨਵੀਂ ਬਿਗਨਿੰਗ ਹੈਗੀ ਆ, ਔਰ ਜਿਹਦੇ ਵਿੱਚ ਘੱਟੋ ਘੱਟ ਪਹਿਲੀ ਵਾਰੀ ਇਹ ਲੋਕਾਂ ਨੇ ਇਨਸਿਕਿਉਰ ਹੋਣਾ ਸ਼ੁਰੂ ਕਰਤਾ। ਪਹਿਲਾਂ ਪੰਜਾਬ 'ਚ ਹੁੰਦਾ ਸੀ ਅਕਾਲੀ ਆ ਜਾਣ, ਕਾਂਗਰਸੀ ਆ ਜਾਣ, ਬਹੁਤਾ ਫਰਕ ਨਹੀਂ ਪੈਂਦਾ। ਸ਼ਰਾਬ ਦੇ ਠੇਕੇ ਆ ਜਿਹੜੀ ਪਾਵਰ ਦੇ ਵਿੱਚ 60% ਆ, ਦੂਸਰਿਆਂ ਦੇ 40% ਆ, ਰੇਤ ਵੀ ਏਦਾਂ ਚੱਲਦਾ, ਸਾਰਾ ਕੁਝ ਏਦਾਂ ਹੀ ਚੱਲਦਾ ਸੀਗਾ। ਲੋਕੀ ਪਿੰਡਾਂ ਦੇ ਵਿੱਚ ਜੁੱਤੀ ਪਤਾਣ ਹੁੰਦੇ ਸੀਗੇ, ਸਰਪੰਚ ਉਹਦਾ ਬਣ ਗਿਆ, ਇਹਦਾ ਬਣ ਗਿਆ ਹੁੰਦਾ ਸੀਗਾ। ਤੇ ਹੁਣ ਇਹ ਮੈਨੂੰ ਲੱਗਦਾ ਵੀ ਕਿ ਲੋਕਾਂ ਨੇ, ਜਿਹੜਾ ਮੈਨੂੰ ਲੱਗਦਾ, ਭਾਵੇਂ ਕਿ ਮੈਂ, ਕਿਉਂਕਿ ਮੈਂ ਥੋੜਾ ਜਿਹਾ ਆਬਜੈਕਟਿਵ ਹੋ ਕੇ ਗੱਲ ਕਰੂੰਗਾ, ਮੇਰੀ ਲਾਈਕਿੰਗ ਡਿਸਲਾਈਕਿੰਗ ਆ ਇਸ ਵੇਲੇ ਬਹੁਤੀ ਮਾਇਨਾ ਨਹੀਂ ਕਰਦੀ। ਕੱਲ ਨੂੰ ਵੋਟਾਂ 'ਚ ਟਰਾਂਸਲੇਟ ਹੁੰਦਾ ਕਿ ਨਹੀਂ ਹੁੰਦਾ, ਉਹ ਵੱਖਰੀ ਚੀਜ਼ ਹੈਗੀ ਆ। ਪਰ ਇਸ ਵਾਰੀ ਮਾਹੌਲ 2017 ਤੋਂ ਵੱਖਰਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਜੋ ਮਰਜ਼ੀ ਜੁਗਾੜਬੰਦੀ, ਜੋ ਮਰਜ਼ੀ ਜੁਗਲਬੰਦੀ ਕਰ ਲੈਣ, ਤੁਸੀਂ ਕਿਸੇ ਵੀ ਬੰਦੇ ਨੂੰ ਆਖ ਕੇ ਵੇਖੋ, ਇੱਕ ਸਵਾਲ ਸਹਿ-ਸੁਭਾਅ ਜਿਹੜਾ ਹੈਗਾ ਅਬੋਹਰ ਤੋਂ ਲੈ ਕੇ ਪਠਾਨਕੋਟ ਤੱਕ ਤੇ ਅਟਾਰੀ ਤੋਂ ਲੈ ਕੇ ਰਾਜਪੁਰੇ ਤੱਕ ਲੋਕਾਂ ਦੇ ਮਨ 'ਚੋਂ ਨਿਕਲਦਾ ਹੈ। ਇੱਕ ਮੌਕਾ ਦੇਣ ਵਾਲੀ ਅਸੀਂ ਗੱਲ ਕਰਦੇ ਹਾਂ। ਇਹਨਾਂ ਰਵਾਇਤੀ ਪਾਰਟੀਆਂ ਨੂੰ ਕਾਫੀ ਪਰਖ ਕੇ ਵੇਖ ਲਿਆ ਹੈ, ਔਰ ਜਿਹੜੀ ਨਫ਼ਰਤ ਹੈ ਰਵਾਇਤੀ ਪਾਰਟੀਆਂ ਦੇ ਲੀਡਰਾਂ ਪ੍ਰਤੀ ਜਾਂ ਉਹਨਾਂ ਪਾਰਟੀਆਂ ਪ੍ਰਤੀ, ਕਿਉਂਕਿ ਵਿਚਾਰਧਾਰਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਜਿਸ ਤਰੀਕੇ ਨਾਲ ਤੁਸੀਂ ਦੇਖੋ ਲੋਕਾਂ ਨੇ ਦੀਨ ਧਰਮ ਛੱਡਿਆ, ਇਹ ਸਾਡੇ ਲੀਡਰ ਸੀ ਜਿਹਦੇ ਵਿੱਚ ਕੋਈ ਨਾ ਕੋਈ ਵਿਚਾਰਧਾਰਾ ਹੋਣੀ ਚਾਹੀਦੀ ਸੀ, ਨੇ ਸਾਨੂੰ ਲੀਡ ਕਰਨਾ ਸੀਗਾ। ਪਰ ਜਦੋਂ ਇਹਨਾਂ ਇੱਕ ਦਾ ਕੋਈ ਮਾਈ ਬਾਪ ਨਹੀਂ ਹੈ, ਕੋਈ ਵਿਚਾਰਧਾਰਾ ਨਹੀਂ ਹੈ, ਸ਼ਾਮ ਨੂੰ ਕਿਤੇ ਆ, ਸਵੇਰ ਨੂੰ ਕਿਤੇ ਆ। ਤੁਸੀਂ ਦੇਖੋ ਵੀ ਆਪਣੇ ਅੰਮ੍ਰਿਤਸਰ ਸ਼ਹਿਰ ਦਾ ਮੇਅਰ ਹੋਵੇ, ਮੈਨੂੰ ਉਸ ਦਿਨ ਬਹੁਤ ਲੱਗਾ ਕਿ ਉਹ ਬੰਦਾ ਜਿਹੜਾ ਹੈਗਾ ਅਖੀਰ ਦੇ ਉੱਤੇ ਆਣ ਕੇ ਛੱਡ ਕੇ ਚਲੇ ਜਾਵੇ, ਜਾਂ ਹੋਰ ਇਦਾਂ ਦੇ ਬਹੁਤ ਸਾਰੇ। ਮੈਂ ਐਗਜ਼ਾਮਪਲ ਇਸ ਕਰਕੇ ਦਿੱਤੀ ਆ ਕਿ ਹੋ ਸਕਦਾ ਜਿਹੜੀ ਉਹਨਾਂ ਨੇ ਗੱਲ ਕਹੀ ਠੀਕ ਹੈਗੀ ਆ ਕਿ ਕਿਸੇ ਦਾ ਦੀਨ ਧਰਮ ਨਹੀਂ ਆ। ਫਿਰ ਲੋਕਾਂ ਨੂੰ ਲੱਗਦਾ ਹੈ ਕਿ ਜੇ ਇਹਨਾਂ ਨੇ ਦੀਨ ਧਰਮ ਆਪਣਾ ਛੱਡ ਦਿੱਤਾ ਵਾ ਤੇ ਸਾਨੂੰ ਆਪ ਹੀ ਕੋਈ ਹੰਬਲਾ ਮਾਰਨਾ ਪੈਣਾ। ਔਰ ਉਸ ਹੰਬਲੇ ਮਾਰਨ ਦੇ ਵਿੱਚ ਇਸ ਵੇਲੇ ਲੱਗਦਾ ਹੈ ਕਿ ਜਿਹੜੀ ਆਲਟਰਨੇਟਿਵ ਪਾਰਟੀ ਹੈ, ਮੈਂ ਰਾਜਨੀਤੀ ਦੀ ਗੱਲ ਨਹੀਂ ਕਰ ਰਿਹਾ, ਆਲਟਰਨੇਟਿਵ ਰਾਜਨੀਤੀ ਜਿੱਦਣ ਆ ਗਈ ਉਦੋਂ ਸਾਡੇ ਬਹੁਤ ਸਾਰਿਆਂ ਦੇ ਚੰਗੇ ਜਿਹੜੇ ਹੋਣਗੇ ਭਾਗ ਹੋਣਗੇ ਕਿ ਆਲਟਰਨੇਟਿਵ ਰਾਜਨੀਤੀ ਪਾਰਟੀ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਕਾਫੀ ਵੱਡੀ ਜਗ੍ਹਾ ਜਿਹੜੀ ਆ ਉਹ ਬਣੀ ਆ ਜਾਂ ਬਣ ਜਾ ਰਹੀ ਆ। ਕਿਉਂਕਿ ਸਾਇਲੈਂਟ ਹੈ, ਲੋਕ ਸਾਇਲੈਂਟ ਹੈ, ਪੋਲੀਟੀਕਲ ਪਾਰਟੀਆਂ ਨਾਲ ਜ਼ਿਆਦਾ ਰੌਲਾ ਪਾਉਂਦੇ ਆ। ਤੇ ਇਸ ਕਰਕੇ ਜਿੰਨਾ ਬੰਬਾਲ ਖੜਾ ਕਰਨਗੇ, ਚਾਹੇ ਬੀਜੇਪੀ ਕਰੂਗੀ, ਅਕਾਲੀ ਕਰਨਗੇ, ਕਾਂਗਰਸ ਕਰਨਗੇ, ਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਅਸਰ ਹੋ ਸਕਦਾ, ਮੈਂ ਗਲਤ ਹੋਵਾਂ, ਕਿ ਲੋਕਾਂ ਦੇ ਮਨਾਂ ਦੇ ਵਿੱਚ, ਕਿਉਂਕਿ 20 ਤਰੀਕ ਨੂੰ ਬਹੁਤ ਜ਼ਿਆਦਾ ਪੈਣ ਵਾਲਾ ਨਹੀਂ ਬਣਦਾ। ਔਰ ਮੈਨੂੰ ਤੇ ਇਹ ਲੱਗਦਾ ਵੀ ਸ਼ਾਇਦ ਇਸ ਵਾਰੀ ਲੋਕ ਜਿਹੜੇ ਹੈਗੇ ਆ
ਕੋਈ ਨਾ ਕੋਈ ਨਵਾਂ ਰਾਜਨੀਤਿਕ ਤਜਰਬਾ ਕਰਨ ਦੇ ਵਿੱਚ ਕੁਝ ਹੱਦ ਤੱਕ ਸਫਲ ਹੋ ਜਾਣਗੇ। ਜੀ ਮਿਹਰਬਾਨੀ। ਭਾਸਕਰ ਸਾਹਿਬ ਨੇ ਵੀ ਚਲੇ ਜਾਣਾ ਔਰ ਜਗਰੂਪ ਸਿੰਘ ਸੇਖੋਂ ਜੀ ਨੇ ਵੀ ਸੱਤਿਆ ਹਿੰਦੀ ਦੇ ਉੱਤੇ ਅਗਲਾ ਪ੍ਰੋਗਰਾਮ ਲਾਈਵ ਦੇਣਾ ਹੈ। ਭਾਸਕਰ ਸਾਹਿਬ, ਮੈਂ ਤੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਤਾਂ ਥੋੜਾ ਲੰਬਾ ਰੋਕਾਂਗੇ, ਲੇਕਿਨ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਭਾਸਕਰ ਸਾਹਿਬ ਨਿੱਜੀ ਤੌਰ ਤੇ ਕੀ ਲੱਗਿਆ ਜਦੋਂ ਸਾਰੀਆਂ ਪਾਰਟੀਆਂ ਲੱਕ ਬੰਨ ਕੇ ਇੱਕ ਬੰਦੇ ਨੂੰ ਘੇਰ ਲਿਆ? ਹੁਣ ਉਹ ਘਿਰ ਜੂ, ਪੰਜਾਬੀ ਉਹਦਾ ਸਾਥ ਦੇਣਗੇ ਕਿ ਨਹੀਂ ਦੇਣਗੇ? ਆਮ ਆਦਮੀ ਪਾਰਟੀ ਹਾਸ਼ੀਏ ਤੇ ਜਾਊਗੀ ਜਾਂ ਫਿਰ ਉਹ ਸੱਤਾ ਦੀਆਂ ਪੌੜੀਆਂ ਚੜ ਜੂ? ਦੇਖੋ ਰੰਧਾਵਾ ਜੀ, ਜਿਸ ਤਰੀਕੇ ਨਾਲ 48 ਘੰਟੇ ਪਹਿਲੇ, ਚਲੋ 48 ਦੀ ਜਗ੍ਹਾ ਤੁਸੀਂ ਹੋਰ 24 ਘੰਟੇ ਹੋਰ ਜੋੜ ਲਓ, ਜਿਹੜਾ ਨਵਾਂ ਅਟੈਕ ਸ਼ੁਰੂ ਹੋਇਆ 2017 ਦਾ ਐਕਸਪੈਰੀਮੈਂਟ ਦੁਬਾਰਾ ਇੱਕ ਤਰੀਕੇ ਨਾਲ ਦੁਹਰਾਉਣ ਦੀ ਕੋਸ਼ਿਸ਼ ਹੋਈ ਹੈ, ਉਹਦੇ ਵਿੱਚ ਲੱਗਦਾ ਹੈ ਵੇ ਕਿ ਕੇਜਰੀਵਾਲ ਇਕੱਲਾ ਪੈ ਗਿਆ। ਜਦ ਕੇਜਰੀਵਾਲ ਨੂੰ ਆਪਾਂ ਕਹਿੰਦੇ ਨਾ ਅੱਤਵਾਦੀ ਜਾਂ ਅੱਤਵਾਦੀਆਂ ਦਾ ਸਪੋਰਟਰ, ਉਹ ਕਿਸੇ ਨਾ ਕਿਸੇ ਜਗ੍ਹਾ ਪੰਜਾਬ ਦੇ ਲੋਕਾਂ ਨੂੰ ਹਜਮ ਨਹੀਂ ਹੁੰਦੀ, ਕਿਉਂਕਿ 2017 ਦੇ ਵਿੱਚ ਜਦ ਉਹ ਮੋਗੇ ਦੇ ਵਿੱਚ ਇੱਕ ਅੱਤਵਾਦੀ ਜੋ ਕਿ ਕੋਰਟ ਨੇ ਉਹਨੂੰ ਬਰੀ ਕਰਤਾ ਸੀਗਾ, ਉਹਦੇ ਘਰ ਰੁਕਿਆ ਸੀਗਾ ਤੇ ਗੱਲ ਫੈਲ ਗਈ ਸੀ, ਫਿਰ ਮੋੜ ਬੰਬ ਬਲਾਸਟ, ਉਹਦੇ ਨਾਲ ਹਿੰਦੂਆਂ ਦੇ ਮਨਾਂ ਦੇ ਵਿੱਚ ਇੱਕ ਡਰ ਜਿਹਾ ਪੈਦਾ ਹੋਇਆ ਸੀ, ਜਿਹਦੇ ਕਰਕੇ ਉਹ ਵੋਟ ਸਾਰਾ ਸ਼ਿਫਟ ਹੋ ਗਿਆ ਜੇ ਕਿਹਾ ਜਾਂਦਾ। ਔਰ ਦੂਜੇ ਪਾਸੇ ਤੁਹਾਨੂੰ ਇਹ ਵੀ ਪਤਾ ਹੈ ਕਿ ਭਾਜਪਾ ਨੇ ਤੇ ਅਕਾਲੀਆਂ ਨੇ ਆਪਣਾ ਵੋਟ ਬੈਂਕ ਜਾਂ ਆਪਣਾ ਵੋਟ ਸ਼ਿਫਟ ਕੀਤਾ ਸੀਗਾ ਕਾਂਗਰਸ ਵੱਲ। ਹੁਣ ਅੱਜ ਅਸੀਂ ਉਸ ਸਥਿਤੀ ਤੇ ਖੜੇ ਹਾਂ ਜਿਹਦੇ ਵਿੱਚ ਜ਼ਮੀਨੀ ਪੱਧਰ ਤੇ ਇਹ ਗੱਲ ਪਾਕ ਸਾਫ਼ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਅੱਗੇ ਵਧ ਰਹੀ ਹੈ ਜੀ, ਔਰ ਆਮ ਆਦਮੀ ਪਾਰਟੀ ਅੱਜ ਉਸ ਸਥਿਤੀ ਤੇ ਗਈ ਹੈ ਕਿ ਉਹ ਸਰਕਾਰ ਹੀ ਨਹੀਂ, ਉਹ 70-80 ਸੀਟਾਂ ਵੀ ਲੈ ਕੇ ਜਾ ਸਕਦੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਸੀਂ ਅਗਰ ਤੁਸੀਂ ਕਿਸੇ ਵੀ ਜ਼ਮੀਨੀ ਪੱਧਰ ਤੇ ਕੋਈ ਸਰਵੇ ਕਰਕੇ ਦੇਖ ਲਓ, ਜ਼ਿਆਦਾਤਰ ਆਵਾਜ਼ ਝਾੜੂ 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 ਦੀ ਆ ਰਹੀ ਹੈ। ਹੁਣ ਇਹ ਵੋਟਾਂ 'ਚ ਕਨਵਰਟ ਹੁੰਦੇ ਆ ਜਾਂ ਨਹੀਂ, ਇਹ ਤੇ ਚਲੋ 10 ਮਾਰਚ ਨੂੰ ਪਤਾ ਲੱਗੇਗਾ, ਪਰ ਅੱਜ ਹਾਲਾਤ ਹੈ ਵੇ ਕਿ ਸਾਰੀ ਪੋਲੀਟੀਕਲ ਪਾਰਟੀਆਂ, ਭਾਵੇਂ ਉਹ ਕਾਂਗਰਸ ਹੋਏ, ਭਾਵੇਂ ਉਹ ਭਾਜਪਾ ਹੋਏ, ਭਾਵੇਂ ਉਹ ਅਕਾਲੀ ਦਲ ਹੋਏ, ਔਰ ਈਵਨ ਸੰਯੁਕਤ ਸਮਾਜ ਮੋਰਚਾ ਤੱਕ, ਉਹ ਸਾਰਿਆਂ ਨੇ ਆਪਣਾ ਨਿਸ਼ਾਨਾ ਕੇਜਰੀਵਾਲ ਨੂੰ ਬਣਾ ਲਿਆ। ਔਰ ਇਹ ਗੱਲ ਆਪਣੇ ਆਪ ਵਿੱਚ ਹੀ ਇੰਡੀਕੇਟ ਕਰਦੀ ਹੈ ਕਿ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ, ਜੇ ਹੁਣੇ ਲੱਤਾਂ ਨਹੀਂ ਖਿੱਚੀ, ਜੇ ਕਿਸੇ ਤਰੀਕੇ ਨਾਲ ਪੌੜੀ ਤੋਂ ਥੱਲੇ ਨਹੀਂ ਗਿਰਿਆ ਗਿਆ ਤੇ ਫਿਰ ਇਹ ਤੇ ਘੋੜੀ ਚੜ ਗਿਆ। ਔਰ ਉਸ ਹਾਲਾਤ ਦੇ ਵਿੱਚ ਹੁਣ ਲੋਕਾਂ ਦੇ ਵਿੱਚ ਇਹਦਾ ਕੀ ਅਸਰ ਹੋਏਗਾ, ਇਹ ਦੇਖਣ ਵਾਲੀ ਗੱਲ ਆ। ਔਰ ਨਾਰਮਲੀ ਹੁੰਦਾ ਕੀ ਹੈ ਕਿ ਜਦ ਪੰਜਾਬੀ ਇਹ ਦੇਖਦੇ ਨੇ ਕਿ ਵੀ ਮਾਤੜ ਬੰਦੇ ਨੂੰ ਸਾਰਿਆਂ ਨੇ ਘੇਰ ਲਿਆ ਤੇ ਫਿਰ ਮਾਤੜ ਬੰਦੇ ਦਾ ਸਾਥ ਦੇਣ ਵਾਸਤੇ ਪੰਜਾਬੀਆਂ ਦਾ ਸੁਭਾਅ ਹੈਗਾ, ਇਕੱਠੇ ਹੋ ਜਾਂਦੇ ਨੇ। ਹੁਣ ਇਸ ਗੱਲ ਦਾ ਦੂਜੀ ਰਵਾਇਤੀ ਪਾਰਟੀਆਂ ਨੂੰ 2017 ਦੀ ਤਰ੍ਹਾਂ ਕੋਈ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ, ਇਹ ਤੇ ਚਲੋ 10 ਮਾਰਚ ਨੂੰ ਪਤਾ ਲੱਗੇਗਾ, ਪਰ ਫਿਲਹਾਲ ਸਥਿਤੀ ਆਮ ਆਦਮੀ ਪਾਰਟੀ ਦੀ ਫੇਵਰ ਦੇ ਵਿੱਚ ਲੱਗ ਰਹੀ ਹੈ। ਔਰ ਇਹਨਾਂ ਰਿਵਾਇਤੀ ਪਾਰਟੀਆਂ ਦਾ ਇੰਨੇ ਵੱਡੇ ਪੱਧਰ ਤੇ ਕੇਜਰੀਵਾਲ ਦੇ ਉੱਤੇ ਅੱਤਵਾਦੀ ਦਾ ਸਟੈਂਪ ਲਾਉਣ ਦੀ ਕੋਸ਼ਿਸ਼ ਕਰਨਾ, ਉਹ ਆਪਣੇ ਆਪ ਵਿੱਚ ਇੰਡੀਕੇਟ ਕਰਦਾ ਹੈ ਕਿ ਵੀ ਅਗਲਾ ਲੈ ਗਿਆ। ਭਾਸਕਰ ਸਾਹਿਬ, ਇੱਕ ਜਾਂਦੇ ਜਾਂਦੇ, ਕਿਉਂਕਿ ਮਿੰਟ ਤੁਹਾਡੇ 2-3 ਹੀ ਰਹਿ ਗਏ ਆ, ਮੈਨੂੰ ਤੁਸੀਂ, ਕਿਉਂਕਿ ਉੱਥੇ ਵੀ ਇੰਟਰੋਡਕਸ਼ਨ ਲੰਬੀ ਹੋ ਜਾਂਦੀ ਆ, ਤੁਸੀਂ ਚਲੇ ਜਿਓ, ਪਰ ਮੈਨੂੰ ਇਹ ਦੱਸੋ, ਮੈਂ ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਨਾਲ ਚੱਲੂੰਗਾ, ਕਿ ਜਿਹੜੀਆਂ ਪਾਰਟੀਆਂ ਨੇ ਇੱਕ ਤਰ੍ਹਾਂ ਦੀ ਰਣਨੀਤੀ ਤੇ ਕੰਮ ਕਰਨਾ ਸ਼ੁਰੂ ਕੀਤਾ, ਇਹਨਾਂ ਕੋਲ ਦਿਮਾਗ ਬਹੁਤ ਵੱਡੇ ਹੁੰਦੇ ਆ, ਰਣਨੀਤੀਕਾਰ ਵੀ ਬੜੇ ਵੱਡੇ ਹੁੰਦੇ ਆ, ਪਹਿਲਾਂ ਤੈਅ ਪਾਲਿਸੀਆਂ ਹੁੰਦੀਆਂ ਵੀ ਅੱਜ ਕੀ ਅਟੈਕ ਕਰਨਾ ਤੇ ਕਿੱਥੇ ਘੇਰਨਾ। ਇਹਦਾ ਮਤਲਬ ਕਿਤੇ ਵੱਡੀ ਗਲਤੀ ਹੋ ਗਈ, ਇਹ ਉਲਟਾ ਅਸਰ ਵੀ ਕਰ ਸਕਦਾ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਹਾਕਿਆਂ ਤੋਂ ਨਹੀਂ, ਹੁਣ ਤਾਂ 100 ਸਾਲ ਵਾਂਗ ਹੋ ਗਈ, ਸਦੀ ਵਾਂਗ ਅਕਾਲੀ ਦਲ, ਤੁਹਾਨੂੰ ਲੱਗਦਾ ਕਿ ਇਹ ਕਿਧਰੇ ਉਲਟਾ ਅਸਰ ਹੋ ਸਕਦਾ? ਬਿਲਕੁਲ, ਔਰ ਉਲਟਾ ਅਸਰ ਹੋਣ ਦੀ ਉਮੀਦ ਜ਼ਿਆਦਾ ਹੈਗੀ ਹੈ। ਭਾਵੇਂ ਸਾਡੇ ਕੁਝ ਪੱਤਰਕਾਰ ਸਾਥੀ ਇਹ ਗੱਲ ਕਹਿੰਦੇ ਨੇ ਕਿ ਵੀ ਹੁਣ ਹਿੰਦੂ ਵੋਟ ਬੈਂਕ ਜਾਂ ਹਿੰਦੂ ਵੋਟਰ ਉਹ ਡਰ ਜਾਏਗਾ। ਮੈਨੂੰ ਇਹ ਲੱਗਦਾ ਹੈ ਕਿ 2017 ਦੇ ਵਿੱਚ ਜਿਸ ਤਰੀਕੇ ਨਾਲ ਉਹ ਡਰਿਆ ਸੀਗਾ, ਜਾਂ ਰਿਵਾਇਤੀ ਪਾਰਟੀਆਂ ਦੇ ਉੱਤੇ ਉਹਨਾਂ ਦਾ ਭਰੋਸਾ ਉੱਠਣਾ। ਰੰਧਾਵਾ ਜੀ, ਮੈਂ ਇੱਥੇ ਇੱਕ ਗੱਲ ਸਾਫ਼ ਕਰਦਾ, ਇਹ ਆਮ ਆਦਮੀ ਪਾਰਟੀ ਨਹੀਂ ਜਿੱਤ ਰਹੀ। ਜਿਹੜੀ ਗਰਾਊਂਡ ਜਿਹੜੀ ਸਪੋਰਟ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਹੈ, ਜਿਸ ਸਪੋਰਟ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਇਸ ਕਰਕੇ ਪਾਰਟੀਆਂ ਦੀ, ਰਿਵਾਇਤੀ ਪਾਰਟੀਆਂ ਦਾ ਅਸਫਲ ਹੋਣਾ ਔਰ ਰਿਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਣਾ, ਉਹਦੇ ਵਿੱਚ ਬਾਈ ਡਿਫਾਲਟ ਆਮ ਆਦਮੀ ਪਾਰਟੀ ਉੱਤੇ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਹਜੇ ਤੱਕ ਕੁਝ ਵੀ ਨਹੀਂ ਏਦਾਂ ਕੀਤਾ ਕਿ ਜਿਹਦੇ ਵਾਸਤੇ ਆਪਾਂ ਇਹ ਕਹਿ ਸਕੀਏ ਕਿ ਵੀ ਆਮ ਆਦਮੀ ਪਾਰਟੀ ਨੇ ਬੜੇ ਵਧੀਆ ਵਾਅਦੇ ਕੀਤੇ ਨੇ ਜਾਂ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਹਜੇ ਵੀ ਇਸ ਗੱਲ ਦੇ ਵਿੱਚ, ਜੇ ਉਹਨਾਂ ਦਾ ਕੈਡਰ ਹੋਏ, ਵੋਲੰਟੀਅਰਸ ਹੋਣ, ਬੂਥ ਨਾ ਲੱਗਣਾ,
ਉਹ ਕਮੀਆਂ ਜਿਹੜੀ 2017 ਦੇ ਵਿੱਚ ਸੀ ਹਜੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਹੈ। ਹੁਣ ਤੇ ਇਹ ਲੋਕਾਂ ਦਾ ਹਜੂਮ ਹੀ ਹੋ ਗਿਆ ਤੇ ਫਿਰ ਤੇ ਆਮ ਆਦਮੀ ਪਾਰਟੀ ਅੱਗੇ ਲੱਗ ਸਕਦੀ ਹੈ। ਜੇ ਰਿਵਾਇਤੀ ਪਾਰਟੀਆਂ ਨੇ ਫਿਰ ਦੁਬਾਰਾ ਅਗਰ ਰੋੜੇ ਅਟਕਾਏ ਤੇ ਕੁਝ ਵੀ ਹੋ ਸਕਦਾ, ਪਰ ਫਿਲਹਾਲ ਜ਼ਮੀਨੀ ਆਧਾਰ ਤੇ ਇਹ ਲੱਗ ਰਿਹਾ ਹੈ ਕਿ ਜਦ ਸਾਰੇ ਬੰਦੇ ਮਿਲ ਕੇ ਇੱਕ ਮਾਤੜ ਬੰਦੇ ਨੂੰ ਘੇਰ ਲੈਂਦੇ ਨੇ ਤੇ ਫਿਰ ਪੰਜਾਬੀ ਮਾਤੜ ਬੰਦੇ ਦੇ ਨਾਲ ਹੋ ਜਾਂਦਾ। ਜਿਹੜੀ ਮੈਂ ਗੱਲ ਪਹਿਲੇ ਵੀ ਕਹਿ ਚੁੱਕਿਆ, ਹਾਲਾਤ ਏਦਾਂ ਦੇ ਹੈਗੇ ਆ ਕਿਉਂਕਿ ਸਿਰਫ 48 ਘੰਟੇ ਰਹਿ ਗਏ ਜਦ ਪੋਲਿੰਗ ਪ੍ਰੋਸੈਸ ਸਟਾਰਟ ਹੋਏਗਾ। ਉਸ ਤੋਂ ਪਹਿਲੇ ਹਜੇ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਦੇ ਵਾਸਤੇ ਇਨ ਸਪੋਰਟ ਆਮ ਆਦਮੀ ਪਾਰਟੀ ਜਿਸ ਤਰੀਕੇ ਦੀ ਸਪੋਰਟ ਦੇਖੀ ਜਾ ਰਹੀ ਹੈ, ਲੱਗਦਾ ਨਹੀਂ ਹੁਣ ਉਹ ਥੰਮਣ ਵਾਲੀ। ਭਾਸਕਰ ਸਾਹਿਬ, ਜੇ ਤੁਸੀਂ 10 ਮਿੰਟ ਲੇਟ ਜੁਆਇਨ ਕਰ ਸਕਦੇ ਹੋ ਤਾਂ ਤੁਸੀਂ ਉਹਨਾਂ ਨਾਲ ਇੱਕ ਵਾਰੀ ਗੱਲ ਕਰਕੇ ਦੇਖ ਲਓ। ਮੈਂ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਜੀ ਵੱਲ ਜਾਣਾ ਉਹਨਾਂ ਚਿਰ। ਪ੍ਰੋਫੈਸਰ ਸਾਹਿਬ, ਜਿਸ ਤਰੀਕੇ ਨਾਲ ਯਕਦਮ ਮਾਹੌਲ 'ਚ ਗਰਮੀ ਲਿਆਂਦੀ ਗਈ ਔਰ ਇੱਕਦਮ ਨੈਰੇਟਿਵ ਬਦਲ ਗਏ, ਪੰਜਾਬ ਦੇ ਮੁੱਦੇ ਗਾਇਬ ਹੋ ਗਏ। ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਇੱਕ ਛੋਟੀ ਜਿਹੀ ਗਲਤੀ ਕਰਦੇ ਆ, ਉਹ ਕਹਿੰਦੇ ਆ ਕਿ ਮੇਰੇ ਕੋਲ ਕੁਝ ਹਿੰਦੂ ਸੰਸਥਾਵਾਂ ਆਈਆਂ ਜਿਨ੍ਹਾਂ ਨੇ ਕਿਹਾ ਸਾਨੂੰ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਦੇਖੋ, ਲਾਅ ਐਂਡ ਆਰਡਰ ਦੀ ਸਥਿਤੀ ਵੱਖਰੀ ਚੀਜ਼ ਆ, ਲੇਕਿਨ ਕਮਿਊਨਿਟੀ ਵਾਈਜ਼ ਕੋਈ ਗੱਲ ਕਰਨੀ ਮੈਨੂੰ ਲੱਗਦਾ ਉਹ ਕੇਜਰੀਵਾਲ ਦੀ ਗਲਤੀ ਸੀ, ਮੰਨਣੀ ਪਊਗੀ। ਲੇਕਿਨ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਨੇ ਇਹ ਨਵਾਂ ਇੱਕ ਨਵਾਂ ਕੁਮਾਰ ਵਿਸ਼ਵਾਸ ਦੇ ਆਧਾਰ ਦੇ ਉੱਤੇ ਇੱਕ ਨਵਾਂ ਦੋਸ਼ ਲਾਤਾ, ਉਹਨੇ ਮੁੜ ਕੇ ਇੱਕ ਰੇਸ ਫੜ ਲਈ, ਉਹਦੇ ਚ ਅਕਾਲੀ ਸ਼ਾਮਲ ਹੋ ਗਏ, ਬੀਜੇਪੀ ਦੇ ਸਭ ਤੋਂ ਵੱਡੇ ਆਗੂ, ਦੇਸ਼ ਦੇ ਪ੍ਰਧਾਨ ਮੰਤਰੀ ਸੰਵਿਧਾਨਕ ਅਹੁਦੇ ਤੇ ਉਹਨਾਂ ਨੇ ਵੀ ਇਹ ਦੋਸ਼ ਲਾਤਾ ਔਰ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪਈਆਂ। ਇਹਨੂੰ ਤੁਸੀਂ ਆਪਣੇ ਨਜ਼ਰੀਏ ਤੋਂ ਕਿਵੇਂ ਲੈਂਦੇ ਹੋ? ਤੁਸੀਂ ਬਿਲਕੁਲ ਇਹਨੂੰ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਕਿਵੇਂ ਵੇਖ ਰਹੇ ਹੋ? ਦੇਖੋ, ਇਸ ਤਰ੍ਹਾਂ ਹੈ ਰੰਧਾਵਾ ਸਾਹਿਬ ਕਿ ਆਮ ਆਦਮੀ ਪਾਰਟੀ ਦਾ ਟ੍ਰੈਡੀਸ਼ਨਲ ਪਾਰਟੀਆਂ ਨਾਲ ਮੁਕਾਬਲਾ ਹੈ ਔਰ ਜਿਹੜੀ ਨਵੀਂ ਪਾਰਟੀਆਂ ਦੋ ਸੀ, ਇੱਕ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਤੇ ਇੱਕ ਆਮ ਆਦਮੀ ਪਾਰਟੀ। ਸੰਯੁਕਤ ਸਮਾਜ ਮੋਰਚੇ ਵਾਲਿਆਂ ਤੋਂ ਬੜੀਆਂ ਲੋਕਾਂ ਨੂੰ ਆਸਾਂ ਸੀ ਪਰ ਉਹਨਾਂ ਦੀ ਹਵਾ ਬਣ ਨਹੀਂ ਪਾਈ। ਹੁਣ ਜਿਹੜੀ ਆਮ ਆਦਮੀ ਪਾਰਟੀ ਉਹ ਲੀਡਿੰਗ ਪਾਰਟੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈ। ਸ਼ੁਰੂ ਦੇ ਵਿੱਚ ਤਾਂ ਇਹ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਵਾ ਹੈ ਉਹ ਸ਼ਾਇਦ ਇੱਕ ਖੇਤਰ ਦੇ ਵਿੱਚ ਹੈ, ਮਾਲਵਾ ਦੇ ਵਿੱਚ ਹੈ, ਸ਼ਾਇਦ ਉਹਦੀਆਂ ਸੀਟਾਂ ਤਾਂ ਆ ਸਕਦੀਆਂ ਲੇਕਿਨ ਮੈਜੋਰਿਟੀ ਨਾ ਮਿਲੇ। ਔਰ ਕਾਫੀ ਲੇਟ ਤੱਕ ਵੀ ਇਹ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਚਾਹੇ ਬਾਕੀ ਪੋਲੀਟੀਕਲ ਪਾਰਟੀਆਂ ਤੋਂ ਅੱਗੇ ਹੈ ਲੇਕਿਨ ਇਹਨੂੰ ਮੈਜੋਰਿਟੀ ਨਹੀਂ ਆਏਗੀ, ਇਹ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਤੇ ਉੱਭਰ ਕੇ ਆ ਸਕਦੀ ਹੈ। ਇਸ ਕਰਕੇ ਸਾਰੀਆਂ ਪਾਰਟੀਆਂ ਨੂੰ ਇਹ ਸੀ ਕਿ ਕੋਲੀਸ਼ਨਲ ਸਿਚੁਏਸ਼ਨ ਪੈਦਾ ਹੋਏਗੀ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ। ਇਸ ਕਰਕੇ ਤੁਸੀਂ ਪਹਿਲਾਂ ਦੇਖਿਆ ਹੋਣਾ ਸ਼ੁਰੂਆਤੀ ਦੌਰ ਦੇ ਵਿੱਚ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ, ਚਾਹੇ ਬੀਜੇਪੀ ਵਾਲਾ ਅਲਾਇੰਸ ਹੈ ਚਾਹੇ ਅਕਾਲੀ ਦਲ ਹੈ, ਉਹਨਾਂ ਦਾ ਮੁੱਖ ਟਾਰਗੇਟ ਜਿਹੜਾ ਸੀ ਕਾਂਗਰਸ ਸੀ। ਬੀਜੇਪੀ ਦਾ ਵੀ ਟਾਰਗੇਟ ਕਾਂਗਰਸ ਸੀ, ਅਕਾਲੀ ਦਲ ਦਾ ਵੀ ਸੀ। ਆਮ ਆਦਮੀ ਪਾਰਟੀ ਕੋਈ ਉਸ ਤਰ੍ਹਾਂ ਦਾ ਟਾਰਗੇਟ ਨਹੀਂ ਸੀ ਬਣੀ ਜੀ। ਪਰ ਜਿਉਂ ਸਿਚੁਏਸ਼ਨ ਕਲੀਅਰ ਹੋਈ ਔਰ ਇਸ ਸਟੇਜ ਤੇ ਆ ਕੇ ਇਹ ਲੱਗਣ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਵੇਵ ਹੈ ਜਾਂ ਹਵਾ ਹੈ ਉਹ ਸਾਰੀ ਸਟੇਟ ਦੇ ਵਿੱਚ ਫੈਲ ਚੁੱਕੀ ਹੈ ਤੇ ਮੈਜੋਰਿਟੀ ਹਾਸਲ ਕਰਕੇ ਵੀ ਇਹ ਸਰਕਾਰ ਵੀ ਬਣਾ ਸਕਦੀ ਹੈ। ਇਸ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਅਜਮਾ ਲੀਆਂ, ਬੜੇ ਵਾਅਦੇ ਕਰਕੇ ਦੇਖ ਲੈ। ਸਾਨੂੰ ਪਤਾ ਹੈ ਕਿ ਬੀਜੇਪੀ ਨੂੰ ਜਿਹਨੂੰ ਸੈਟਬੈਕ ਲੱਗਿਆ ਸੀ ਕਿਸਾਨ ਅੰਦੋਲਨ ਦੇ ਟਾਈਮ, ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਉਹ ਕੀਤੇ ਐਫਰਟ ਕਿ ਪਾਰਟੀ ਨੂੰ ਰਿਵਾਈਵ ਕੀਤਾ ਜਾ ਸਕੇ, ਜਿਵੇਂ ਕਿਸਾਨਾਂ ਦਾ ਮੁੱਦਾ ਸੋਲਵ ਕੀਤਾ ਜਾਂ ਡੇਰਿਆਂ ਦੇ ਵਿੱਚ ਵਿਜ਼ਿਟ ਕੀਤਾ। ਉਹਨਾਂ ਦੇ ਵੱਡੇ ਲੀਡਰ ਆ ਕੇ ਇੱਥੇ ਕਨਵੈਂਸਿੰਗ ਕਰਨ ਲੱਗੇ। ਅੱਜ ਵੀ ਮੈਂ ਦੇਖ ਰਿਹਾ ਸੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੇ ਰੈਜ਼ੀਡੈਂਸ ਤੇ ਸੰਤ ਸਮਾਜ ਦੇ ਲੀਡਰ ਤੇ ਇੰਪੋਰਟੈਂਟ ਸਿੱਖ ਲੀਡਰਸ ਦਾ ਡੈਲੀਗੇਸ਼ਨ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਲ ਬੈਠਾ ਸੀ। ਪਰ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਕੋਈ ਰਿਸਪੌਂਸ ਨਹੀਂ ਸੀ ਮਿਲ ਰਿਹਾ, ਕੋਈ ਹਵਾ ਨਹੀਂ ਬਣੀ, ਨਾ ਬੀਜੇਪੀ ਦੀ ਬਣੀ ਨਾ ਅਕਾਲੀ ਦਲ ਦੀ ਬਣੀ ਤੇ ਕਾਂਗਰਸ ਲਗਾਤਾਰ ਡਾਊਨ ਆ ਰਹੀ ਸੀ। ਹੁਣ ਇਸ ਸਾਰੀ ਸਿਚੁਏਸ਼ਨ ਦੇ ਵਿੱਚ
ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਸਾਰੇ ਹਥਿਆਰ ਅਜਮਾ ਲਏ ਸੀ। ਉਸ ਤੋਂ ਬਾਅਦ ਟ੍ਰੈਡੀਸ਼ਨਲ ਪੋਲਿਟਿਕਸ ਤੇ ਫਿਰ ਆ ਗਏ, ਕਿਉਂਕਿ ਇੱਕ ਸੈਂਸਿਟਿਵ ਇਸ਼ੂ ਹੈ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਤੇ ਨੈਸ਼ਨਲ ਇੰਟੈਗ੍ਰੇਸ਼ਨ ਦਾ ਇਸ਼ੂ ਜੀ। ਕਿਸੇ ਤੇ ਤੁਸੀਂ ਇਹ ਠੱਪਾ ਲਾ ਦੋ ਨਾ ਕਿ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ। ਤੁਹਾਨੂੰ ਯਾਦ ਹੋਣਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦ ਨਵਜੋਤ ਸਿੰਘ ਸਿੱਧੂ ਹੋਣਾ ਦੀ ਚੜ੍ਹਤ ਸੀ ਜੀ, ਜਦ ਸਾਰੇ ਦੇ ਸਾਰੇ ਲੀਡਰ ਉਹਦੇ ਪਿੱਛੇ ਪੈਂਦੇ ਹੁੰਦੇ ਸੀ ਇਹ ਕਹਿ ਕੇ ਕਿ ਪਾਕਿਸਤਾਨ ਦਾ ਏਜੰਟ ਹੈ, ਤੇ ਜੇ ਅੱਗੇ ਨਵਜੋਤ ਸਿੱਧੂ ਆ ਜਾਂਦਾ ਤਾਂ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ ਜੀ। ਹੁਣ ਉਹ ਉਸ ਤਰ੍ਹਾਂ ਦਾ ਪੋਟੈਂਸ਼ੀਅਲ ਥ੍ਰੈਟ ਰਿਹਾ ਨਹੀਂ। ਪੋਟੈਂਸ਼ੀਅਲ ਥ੍ਰੈਟ ਜਿਹੜਾ ਹੈਗਾ ਉਹ ਅਰਵਿੰਦ ਕੇਜਰੀਵਾਲ ਬਣ ਕੇ ਆ ਗਿਆ ਸਿਆਸਤ ਦੇ ਵਿੱਚ। ਤਾਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ ਉਹਨਾਂ ਕੋਲੇ ਹੋਰ ਉਹਨਾਂ ਨੂੰ ਕੋਈ ਹਥਿਆਰ ਨਹੀਂ ਦਿਖਿਆ। ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਪੰਜਾਬ ਦੀ ਸਿਆਸਤ ਜਿਹੜੀ ਹੈ ਉਹਨੂੰ ਧਾਰਮਿਕ ਮੁੱਦੇ ਬਹੁਤ ਪ੍ਰਭਾਵਿਤ ਕਰਦੇ ਨੇ, ਤੇ ਖਾਸ ਤੌਰ ਤੇ ਜਦ ਅਸੀਂ ਸੈਂਟਰਲ ਪਾਰਟੀ ਦੀ ਪੋਲਿਟਿਕਸ ਦੀ ਗੱਲ ਕਰਦੇ ਹਾਂ ਬੀਜੇਪੀ ਦੀ, ਉਹਨਾਂ ਦਾ ਤਾਂ ਸਾਰਾ ਦਾਰੋ ਮਦਾਰ ਨੈਸ਼ਨਲ ਸਿਕਿਉਰਿਟੀ ਤੇ ਨੈਸ਼ਨਲ ਇੰਟੈਗ੍ਰੇਸ਼ਨ ਨੂੰ ਥ੍ਰੈਟ ਤੇ ਹੁੰਦਾ ਹੈ। ਇਹ ਕਿਉਂ ਮੁੱਦਾ ਲਿਆਂਦਾ ਗਿਆ ਹੈ? ਕਿਉਂਕਿ ਸਾਡੇ ਜਿਹੜੀਆਂ ਗਿਆ 117 ਦੇ ਵਿੱਚੋਂ ਤਕਰੀਬਨ 40-42 ਕੌਂਸਟੀਚੁਐਂਸੀਜ਼ ਐਸੀਆਂ ਹੈਗੀਆਂ ਜਿਹੜੀਆਂ ਹਿੰਦੂ ਡੋਮੀਨੇਟਡ ਹੈਗੀਆਂ ਕਿ ਘੱਟੋ ਘੱਟ ਅਗਰ ਇਹਨੂੰ ਰੋਕਿਆ ਨਹੀਂ ਜਾ ਸਕਦਾ, ਇਹਦੀ ਹਵਾ ਨੂੰ ਜਿਹੜਾ ਹੈ ਉਹ ਜਿਹੜਾ ਹੈ ਸਰਕਾਰ ਕਮ ਸੇ ਕਮ ਇੰਨਾ ਹੋ ਜਾਵੇ ਕਿ ਇਹ ਮੈਜੋਰਿਟੀ ਹਾਸਲ ਨਾ ਕਰ ਸਕੇ। ਕਿਉਂਕਿ ਹਿੰਦੂਆਂ ਵਿੱਚ ਜਿਹੜੀ ਸਾਡੀ ਹਿੰਦੂ ਪਾਪੂਲੇਸ਼ਨ ਹੈ ਉਹਦੇ ਚ ਜਿਹੜੀ ਇਨਸਿਕਿਉਰਿਟੀ ਦੀ ਫੀਲਿੰਗ ਹੈ ਉਹ ਬੜੀ ਜਲਦੀ ਆ ਜਾਂਦੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਇੰਟਰਨੈਸ਼ਨਲ ਬਾਰਡਰ ਤੇ ਥ੍ਰੈਟ ਹੈ, ਜੇ ਕੋਈ ਨੈਸ਼ਨਲ ਇੰਟੈਗ੍ਰੇਸ਼ਨ ਦੇ ਖਿਲਾਫ ਗੱਲ ਕਰ ਰਿਹਾ ਤਾਂ ਸ਼ਾਇਦ ਇਹ ਵੇਵ ਬਦਲੀ ਜਾ ਸਕੇ। ਲੇਕਿਨ ਮੈਂ ਸੇਖੋਂ ਸਾਹਿਬ ਤੇ ਭਾਸਕਰ ਸਾਹਿਬ ਉਹਨਾਂ ਨਾਲ ਬਿਲਕੁਲ ਐਗਰੀ ਕਰਦਾ ਕਿ ਇਸ ਸਟੇਜ ਤੇ ਜਦ ਬਿਲਕੁਲ ਲੋਕਾਂ ਨੇ ਮਾਈਂਡ ਬਣਾ ਲਿਆ, ਕਿਉਂਕਿ ਲੋਕਾਂ ਨੇ ਟ੍ਰੈਡੀਸ਼ਨਲ ਪਾਰਟੀ ਦੀ ਪਰਫਾਰਮੈਂਸ ਦੇਖ ਲਈ, 10 ਸਾਲ ਅਕਾਲੀ ਦਲ ਸਰਕਾਰ ਦੀ ਪਰਫਾਰਮੈਂਸ ਦੇਖ ਲਈ, 5 ਸਾਲ ਕਾਂਗਰਸ ਦੀ ਦੇਖ ਲਈ, ਤੇ ਬੀਜੇਪੀ ਵੀ ਕਿਉਂਕਿ ਅਕਾਲੀਆਂ ਦੀ ਭਾਈਵਾਲ ਸੀ, ਜੋ ਅਕਾਲੀਆਂ ਦੀ ਪਰਫਾਰਮੈਂਸ ਸੀ ਉਹਦੇ ਵਿੱਚੋਂ ਭਾਈਵਾਲ ਸੀ, ਤੇ ਬਾਕੀ ਜਿਹੜੀਆਂ ਬੀਜੇਪੀ ਦੀਆਂ ਸਟੇਟਾਂ ਹੈਗੀਆਂ ਉੱਥੇ ਉਹਨਾਂ ਦੀ ਪਰਫਾਰਮੈਂਸ ਕਿੰਨੀ ਕੁ ਕਾਰਗਰ ਹੈ ਇਹ ਵੀ ਲੋਕਾਂ ਨੂੰ ਪਤਾ ਹੈ। ਚਾਹੇ ਜੋ ਮਰਜ਼ੀ ਆ ਕੇ ਪੰਜਾਬ ਦੇ ਵਿੱਚ ਕਹਿਣ, ਪਰ ਜੋ ਬਾਕੀ ਸੂਬਿਆਂ ਦੇ ਵਿੱਚ ਉਹਨਾਂ ਦੀ ਸਰਕਾਰ ਦੀ ਪਰਫਾਰਮੈਂਸ ਹੈ ਉਹ ਲੋਕਾਂ ਦੇ ਵਿੱਚ ਮਾਈਂਡ ਦੇ ਵਿੱਚ ਆਲਰੇਡੀ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਸਟੇਜ ਤੇ ਕੋਈ ਬਹੁਤ ਬੜਾ ਅਸਰ ਪੈਣ ਵਾਲਾ ਹੈ। ਹੋ ਸਕਦਾ ਹੈ ਕੁਝ ਜਿਹੜੀਆਂ ਸਾਡੀਆਂ ਅਰਬਨ ਕੌਂਸਟੀਚੁਐਂਸੀਜ਼ ਹੈਗੀਆਂ ਹਿੰਦੂ ਡੋਮੀਨੇਟਡ, ਜਿਹੜੀਆਂ ਮਾਰਜਨਲ ਹੈਗੀਆਂ, ਜਿਹੜੀਆਂ ਆਲਰੇਡੀ ਬੀਜੇਪੀ ਦੇ ਗ੍ਰਿਪ ਦੇ ਵਿੱਚ ਆ ਰਹੀਆਂ, ਉਹਨਾਂ ਦੇ ਵਿੱਚ ਜਿੱਥੇ 500-700 ਵੋਟ ਦੀ ਰਿਕੁਆਇਰਮੈਂਟ ਹੈ ਉਹਦੇ ਵਿੱਚ ਤਾਂ ਅਸਰ ਪੈ ਸਕਦਾ ਹੈ। ਬਾਕੀ ਜਿਹੜੀਆਂ ਉਹਨਾਂ ਦੀ ਰੀਚ ਤੋਂ ਬਿਲਕੁਲ ਬਾਹਰ ਹੈਗੀਆਂ ਉੱਥੇ ਮੈਨੂੰ ਲੱਗਦਾ ਹੈ ਇਹ ਜ਼ਿਆਦਾ ਕੋਈ ਪ੍ਰਭਾਵ ਨਹੀਂ ਪਾਉਣ ਵਾਲਾ, 2-4 ਸੀਟਾਂ ਪ੍ਰਭਾਵਿਤ ਹੋ ਸਕਦੀਆਂ, ਲੇਕਿਨ ਇਹ ਵੇਵ ਨੂੰ ਹੁਣ ਇਸ ਸਟੇਜ ਤੇ ਰੋਕਣਾ ਬੜਾ ਮੁਸ਼ਕਲ ਲੱਗਦਾ, ਮੇਰੀ ਇਹ ਰਾਏ ਹੈ। ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਵੱਲ ਆਉਣਾ ਫਿਰ ਦੁਬਾਰਾ, ਤੁਹਾਡੀ ਰਾਏ ਬਿਲਕੁਲ ਜਾਇਜ਼ ਆ, ਲੇਕਿਨ ਇੱਕ ਸਵਾਲ ਜਿੱਥੇ ਤੁਸੀਂ ਕਿਹਾ ਕਿ ਜਿਹੜਾ ਅਰਬਨ ਵੋਟਰ ਹੈ ਖਾਸ ਤੌਰ ਤੇ ਹਿੰਦੂ, ਉਹ ਕੁਦਰਤੀ ਟ੍ਰੇਡ ਨਾਲ ਜੁੜਿਆ, ਵਪਾਰ ਨਾਲ ਜੁੜਿਆ, ਉਹ ਬਿਜ਼ਨਸਮੈਨ ਹੈ, ਬਿਜ਼ਨਸ ਕਲਾਸ ਹਮੇਸ਼ਾ ਸਿਕਿਉਰਿਟੀ ਚਾਹੁੰਦੀ ਆ, ਉਹਨਾਂ ਦੇ ਆਪਣੇ ਖਤਰੇ ਨਿਰਮੂਲ ਨਹੀਂ ਹੈਗੇ, ਤੁਸੀਂ ਠੀਕ ਕਹਿੰਦੇ ਹੋ। ਔਰ ਸ਼ਾਇਦ ਕੇਜਰੀਵਾਲ ਨੇ ਵੀ ਉਹੀ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਵੋਟ ਖਾਸ ਤੌਰ ਤੇ ਬੀਜੇਪੀ ਔਰ ਕੋਈ ਹੋਰ ਕਾਂਗਰਸ ਦੀ ਵੀ, ਪਿਛਲੀ ਵਾਰੀ ਕਾਂਗਰਸ ਨੂੰ ਵੀ ਸ਼ਹਿਰੀ ਵੋਟ ਬਹੁਤ ਪਈ, ਸ਼ਹਿਰੀ ਸੀਟਾਂ ਉਹਨਾਂ ਕੋਲ ਚਲੀਆਂ ਗਈਆਂ, ਤੇ ਕੇਜਰੀਵਾਲ ਨੇ ਉਹ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਉੱਤੇ ਦੂਜਾ ਹਮਲਾ ਹੋ ਗਿਆ, ਦੂਜੀਆਂ ਪਾਰਟੀਆਂ ਉਹਦੇ ਤੇ ਹਮਲਾਵਰ ਹੋ ਗਈਆਂ। ਭਾਸਕਰ ਸਾਹਿਬ ਮੈਨੂੰ ਹੁਣ ਇਹ ਜ਼ਰੂਰ ਦੱਸੋ ਕਿ ਇਹ ਦੋਹਰੇ ਮਾਪਦੰਡ ਨੇ ਕੇਜਰੀਵਾਲ ਦੇ ਵੀ ਔਰ ਦੂਜੀਆਂ ਪਾਰਟੀਆਂ ਦੇ ਵੀ। ਸਵਾਲ ਤਾਂ ਸਭ ਤੋਂ ਵੱਡਾ ਹੈ ਕਿ ਇਸ ਵੇਲੇ ਇਸ ਪੱਤੇ ਨੂੰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿੱਤ ਹਾਰ ਦਾ ਫੈਸਲਾ ਸ਼ਹਿਰੀ ਵੋਟਰ ਨੇ ਕਰਨਾ ਸੀ, ਇਸ ਕਰਕੇ ਫੋਕਸ ਸਾਰੇ ਹੀ ਉੱਥੇ ਹੋ ਗਏ। ਕੋਈ ਉਹਨੂੰ ਡਰਾ ਰਿਹਾ, ਕੋਈ ਉਹਨੂੰ ਡਰਾਉਣ ਲਈ ਦੂਜੇ ਖਤਿਆਰਾ ਤਰੀਕੇ ਵਰਤ ਰਿਹਾ, ਪਰ ਉਹ ਸਭ ਤੋਂ ਸਿਆਣਾ ਵੀ ਹੈਗਾ, ਉਹਨੂੰ ਪਤਾ ਹੈ ਕਿ ਆਲੇ ਦੁਆਲੇ ਵਿੱਚ ਕੋਈ ਵੀ ਥ੍ਰੈਟ ਐਸਾ ਨਹੀਂ ਹੈਗਾ। ਮੰਨ ਲਓ ਜੇਕਰ ਇੱਥੇ ਗੈਂਗਵਾਰਸ ਦੀ ਗੱਲ ਆ, ਜਾਂ ਜੇ ਇੱਥੇ
ਕ੍ਰਿਮੀਨਲ ਐਕਟੀਵਿਟੀਜ਼ ਹੁੰਦੀਆਂ, ਨਸ਼ਿਆਂ ਦੀਆਂ ਗੱਲਾਂ ਤਾਂ ਸਾਰਿਆਂ ਲਈ ਆ, ਔਰ ਅੱਜ ਨਵੀਆਂ ਨਹੀਂ ਹੋਈਆਂ, ਉਹ ਪੁਰਾਣੀਆਂ ਲਗਭਗ ਸਾਲਾਂ ਤੋਂ ਇਹ ਹੰਢਾਉਂਦੇ ਆ ਰਹੇ ਪੰਜਾਬੀ। ਸੋ ਓਵਰਨਾਈਟ ਕੋਈ ਥ੍ਰੈਟ ਤਾਂ ਪੈਦਾ ਹੋਇਆ ਨਹੀਂ। ਸੋ ਭਾਸਕਰ ਸਾਹਿਬ, ਤੁਸੀਂ ਨਿੱਜੀ ਤੌਰ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਇਹ ਸਾਰੇ ਚੀਜ਼ਾਂ ਨੂੰ, ਜਿੱਦਾਂ ਇਹ ਸਭ ਵਰਤਾਂਤ ਘੜਿਆ ਗਿਆ? ਤੁਹਾਨੂੰ ਲੱਗਦਾ ਇਹ ਕੁਝ ਨਵੀਂ ਧਾਰਾ ਵੀ ਸਿਰਜ ਦੂ, ਇਹ ਕਿਸੇ ਨੂੰ ਬੈਨੀਫਿਟ ਦੇਣ ਵਾਲਾ ਹੈ, ਕਿ ਜਾਂ ਬਸ 2 ਦਿਨ ਦੀ ਖੇਡ ਜੀ ਆ, ਖਡਾਉਣੇ ਵਾਂਗ ਸਟੂਲ ਵਾਂਗ ਵਰਤ ਲੈਣਗੇ, ਬਾਅਦ ਦੇ ਵਿੱਚ ਕਹਿਣਗੇ ਚਲੋ ਕੋਈ ਨਹੀਂ, ਭਾਣਾ ਮੰਨ ਲੈਂਦੇ ਆ, ਜਿਹੜਾ ਅੱਗੇ ਆ ਗਿਆ ਠੀਕ ਹੈ ਜੀ? ਕੀ ਕਹਿੰਦੇ? ਦੇਖੋ ਰੰਧਾਵਾ ਜੀ, ਤੁਸੀਂ ਸਵਾਲ ਬੜਾ ਵਧੀਆ ਪੁੱਛਿਆ, ਔਰ ਮੈਨੂੰ ਲੱਗਦਾ ਹੈ ਕਿ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਤੇ ਇਸ ਕਰਕੇ ਇਹ ਹੋਰ ਵੀ ਵਧੀਆ ਸਵਾਲ ਹੈ। ਮੈਂ ਇੱਕ ਹਿੰਦੂ ਹਾਂ, ਔਰ ਹਿੰਦੂ ਨੂੰ ਹੀ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਤੋਂ। ਸਾਰੀ ਪਾਰਟੀਆਂ ਹਿੰਦੂ ਵੋਟ ਨੂੰ ਕਿਸੇ ਵੀ ਤਰੀਕੇ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਮੈਨੂੰ ਬਿਲਕੁਲ ਵੀ ਇਹ ਨਹੀਂ ਲੱਗਦਾ। ਪਹਿਲੇ ਇੱਕ ਵਾਰ ਕੋਸ਼ਿਸ਼ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ, ਜਦ ਉਹ ਪਾਰਟੀ ਤੋਂ ਜਾਂ ਮੁੱਖ ਮੰਤਰੀ ਦੀ ਪੋਸਟ ਤੋਂ ਹਟਾ ਦਿੱਤੇ ਗਏ ਸੀ, ਤੇ ਉਹਨਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਦੇਸ਼ ਵਾਸਤੇ ਖਤਰਾ ਹੈਗਾ, ਇਹ ਐਂਟੀ ਨੈਸ਼ਨਲ ਹੈਗਾ, ਇਹਦੇ ਇਮਰਾਨ ਖਾਨ ਦੇ ਨਾਲ ਲਿੰਕ ਹੈਗੇ ਹੈ, ਇਹਨੂੰ ਮੰਤਰੀ ਬਣਾਉਣ ਵਾਸਤੇ ਮੈਨੂੰ ਇਮਰਾਨ ਖਾਨ ਦਾ ਫੋਨ ਆਇਆ। ਇਹ ਸਾਰੀ ਗੱਲਾਂ ਲੋਕਾਂ ਨੇ ਨਕਾਰਤੀ। ਭਾਵੇਂ ਉਸ ਦਿਨ ਤੁਸੀਂ ਇਹ ਦੇਖੋਗੇ ਕਿ ਨੈਸ਼ਨਲ ਮੀਡੀਆ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਐਂਟੀ ਨੈਸ਼ਨਲ ਦੇ ਤਰੀਕੇ ਨਾਲ ਪ੍ਰੋਜੈਕਟ ਕੀਤਾ ਗਿਆ ਸੀਗਾ। ਕਿੱਥੇ ਗਈ ਉਹ ਗੱਲਾਂ? ਅੱਜ ਕੋਈ ਵੀ ਪੰਜਾਬੀ ਘੱਟ ਤੋਂ ਘੱਟ ਨਵਜੋਤ ਸਿੰਘ ਸਿੱਧੂ ਦੇ ਉੱਤੇ ਐਂਟੀ ਨੈਸ਼ਨਲ ਦਾ ਠੱਪਾ ਨਹੀਂ ਲਾਉਂਦਾ, ਭਾਵੇਂ ਉਹਦੇ ਬਿਹੇਵੀਅਰ ਕਰਕੇ ਉਹ ਆਪਣੀ ਪਾਰਟੀ ਦੇ ਵਿੱਚ ਇਕੱਲੇ ਜ਼ਰੂਰ ਹੋ ਗਏ, ਪਰ ਉਹਦੇ ਵਾਸਤੇ ਐਂਟੀ ਨੈਸ਼ਨਲ ਦਾ ਬ੍ਰਾਂਡ ਜਾਂ ਬ੍ਰਾਂਡਿੰਗ ਕੀਤੀ ਸੀ ਉਹਨਾਂ ਦੀ, ਉਹ ਰਿਸਪੌਂਸਿਬਲ ਨਹੀਂ ਹੈਗੀ। ਹੁਣ ਇਹੀ ਕੁਝ ਕੇਜਰੀਵਾਲ ਵਾਸਤੇ ਹੋ ਰਿਹਾ। ਭਾਵੇਂ ਜਿੱਦਾਂ ਮੈਂ ਪਹਿਲੇ ਵੀ ਗੱਲ ਦੀ ਸ਼ੁਰੂਆਤ ਹੀ ਕੀਤਾ ਕਿ ਮੈਂ ਹਿੰਦੂ ਹਾਂ, ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਰ ਕੇਜਰੀਵਾਲ ਆ ਗਿਆ ਤੇ ਪੰਜਾਬ ਦੇ ਵਿੱਚ ਅੱਤਵਾਦ ਆ ਜਾਏਗਾ। ਮੈਨੂੰ ਇਹ ਕੋਈ ਵੀ ਨੈਰੇਟਿਵ ਸਹੀ ਨਹੀਂ ਲੱਗਦਾ। ਜੇ ਮੈਨੂੰ ਸਹੀ ਨਹੀਂ ਲੱਗਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਸਾਜ਼ਿਸ਼, ਇਹ ਚਾਲਾਂ ਸਮਝ ਆ ਗਈ ਹੈ, ਔਰ ਐਤਕੀ ਇਹਨਾਂ ਚਾਲਾਂ ਦੇ ਵਿੱਚ ਉਹ ਆਉਣ ਵਾਲੇ ਬਿਲਕੁਲ ਵੀ ਨਹੀਂ ਹੈਗੇ। ਹੁਣ ਦੱਸੋ ਤੁਸੀਂ ਕੇਜਰੀਵਾਲ ਵਰਗੇ ਬੰਦੇ ਨੂੰ, ਉਹ ਛੋਟਾ ਜਿਹਾ ਮਾਤੜ ਜਿਹਾ ਬਾਣੀਆ, ਉਹਦੇ ਉੱਤੇ ਤੁਸੀਂ ਅੱਤਵਾਦੀ ਦਾ ਠੱਪਾ ਲਾ ਰਹੇ ਹੋ। ਹਾਸੋ ਹੀ ਨਹੀਂ ਗੱਲ ਹੈਗਾ ਇਹ ਤੇ ਨਾ ਗੱਲ ਫੇਲ ਜੀ ਹੋ ਜਾਣੀ ਹੈ। ਇਹ ਬੇਸਿਕਲੀ ਫਰਸਟ੍ਰੇਸ਼ਨ ਔਰ ਡੈਸਪਰੇਸ਼ਨ ਦੂਜੀ ਪੋਲੀਟੀਕਲ ਪਾਰਟੀਆਂ ਦੀ ਉਜਾਗਰ ਹੋ ਰਹੀ ਹੈ ਇਸ ਗੱਲ ਤੋਂ ਕਿ ਵੀ ਹੁਣ ਚਲੋ ਕੋਈ ਹੋਰ ਹਥਿਆਰ ਬਚਿਆ ਨਹੀਂ, ਇਹਨੂੰ ਅੱਤਵਾਦੀ ਲਾ ਦਿਓ। ਕਿਉਂਕਿ ਜਦੋਂ ਪੁਲਿਸ ਕਰਦੀ ਹੁੰਦੀ ਹੈ ਨਾ, ਜਦ ਕੋਈ ਕੇਸ ਸੋਲਵ ਨਹੀਂ ਹੁੰਦਾ ਤਾਂ ਕੋਈ ਐਦਾਂ ਦਾ ਹੀ ਮਾਤੜ ਜਿਹਾ ਬੰਦਾ ਫੜ ਕੇ ਉਹਦੇ ਉੱਤੇ ਸਾਰੇ ਜਿਹੜੇ ਕੇਸ ਹੁੰਦੇ ਆ ਜਿਹੜੇ ਸੋਲਵ ਨਹੀਂ ਹੋਏ ਹੁੰਦੇ, ਕਹਿੰਦੇ ਇਹਨੂੰ ਫਸਾ ਦਿਓ ਤੇ ਆਪੇ ਹੀ ਸਾਰੇ ਕੇਸ ਸੋਲਵ ਹੋ ਗਏ। ਇੱਕ ਪਿਕਚਰ ਆਈ ਸੀ ਕਿ ਮਾਹੌਲ ਠੀਕ ਹੈ, ਯਾਦ ਹੋਏਗਾ, ਜਸਪਾਲ ਭੱਟੀ, ਮੈਨੂੰ ਯਾਦ ਹੈ। ਉਹਦੇ ਵਿੱਚ ਵੀ ਇੱਕ ਲਾਸ਼ ਦੀ ਜ਼ਰੂਰਤ ਸੀਗੀ ਵੀ ਲਾਸ਼ ਇੱਧਰ ਉੱਧਰ ਚਲੀ ਗਈ। ਚਲੋ ਗੱਲ ਦਾ ਜ਼ਿਕਰ ਨਾ ਕਰੀਏ। ਮੈਨੂੰ ਇਹ ਲੱਗਦਾ ਹੈ ਕਿ ਜੋ ਕੋਸ਼ਿਸ਼ਾਂ ਸਾਰੀ ਪੋਲੀਟੀਕਲ ਪਾਰਟੀਆਂ, ਅੱਜ ਦੇਖੋ ਤੁਸੀਂ ਰਣਦੀਪ ਸਿੰਘ ਸੁਰਜੇਵਾਲਾ ਜਿਹੜੇ ਕਾਂਗਰਸ ਦੇ ਸਪੋਕਸਮੈਨ ਨੇ, ਉਹ ਹੈਲੀਕਾਪਟਰ ਫੜ ਕੇ ਪੰਜਾਬ ਦੀ ਵੱਖ-ਵੱਖ ਸਿਟੀ ਦੇ ਵਿੱਚ ਜਾ ਕੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਸੀ। ਔਰ ਦੂਜੇ ਪਾਸੇ ਭਾਜਪਾ ਨੇ ਸਿੱਖ ਆਗੂਆਂ ਨੂੰ ਬੁਲਾ ਕੇ, ਜਿਹਦੇ ਵਿੱਚ ਸਾਡੇ ਸੀਚੇਵਾਲ ਸਾਹਿਬ ਵੀ ਸੀਗੇ, ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਜਿਹੜੇ ਸ਼ਾਂਤੀ ਪ੍ਰਿਆ ਸਿੱਖ ਹੈਗੇ ਆ ਉਹ ਸਾਰੇ ਸਾਡੇ ਨਾਲ ਨੇ, ਔਰ ਜਿਹੜੇ ਉਗਰ ਸਿੱਖ ਹੈਗੇ ਨੇ, ਯਾਨੀ ਜਿਹੜੇ ਜਿਹਨੂੰ ਕਹਿੰਦੇ ਵੀ ਖਾਲਕੂ ਟਾਈਪ ਦੇ ਬੰਦੇ, ਉਹ ਕੇਜਰੀਵਾਲ ਦੇ ਨਾਲ ਨੇ। ਨਹੀਂ ਹੋ ਰਿਹਾ ਸਾਰਾ ਇਹ ਨੈਰੇਟਿਵ ਸੈਟ। ਮੈਨੂੰ ਜ਼ਮੀਨੀ ਇਹ ਗੱਲ ਨਹੀਂ ਲੱਗ ਰਹੀ। ਇੱਕ ਸਵਾਲ ਸਾਂਝੇ ਤੌਰ ਤੇ ਲੈ ਲਓ, ਬੜਾ ਅਹਿਮ ਸਵਾਲ ਆ। ਪ੍ਰੋਫੈਸਰ ਸਾਹਿਬ ਜਾਣਾ ਤਾਂ ਨਹੀਂ? ਭਾਸਕਰ ਸਾਹਿਬ ਕੋਈ ਮੁਸ਼ਕਲ ਤਾਂ ਨਹੀਂ? ਨਹੀਂ, ਮੈਂ ਬੈਠਾ ਬੈਠੇ ਨਾ। ਬੜਾ ਅਹਿਮ ਸਵਾਲ ਆ। ਇੱਕੋ ਵੇਲੇ ਇੱਕ ਬੰਦਾ ਖਾਲਿਸਤਾਨੀ ਵੀ ਆ ਤੇ RSS ਦਾ ਵੀ ਆ। ਦੇਖੋ ਇਹ ਬੜਾ ਵੱਡਾ ਸਵਾਲ ਆ। ਪਿਛਲੇ ਦਿਨਾਂ 'ਚ ਭਾਸਕਰ ਸਾਹਿਬ ਮੈਂ ਠੀਕ ਕਹਿ ਰਿਹਾ ਨਾ ਵੀ ਪਹਿਲਾਂ ਉੱਤੇ ਇਲਜ਼ਾਮ ਲੱਗਿਆ ਸੀ ਕੇਜਰੀਵਾਲ ਤੇ ਵੀ ਆਪਾਂ ਕੇਜਰੀਵਾਲ ਦੇ ਸਮਰਥਕ ਨਹੀਂ, ਆਪਾਂ ਇੱਕ ਆਖਰੀ ਦਿਨਾਂ ਦੀ ਬਹਿਸ ਵਿੱਚ ਹੈ, ਜਿਹੜੀ ਬਹਿਸ ਪੰਜਾਬ ਨੂੰ ਅਗਲੇ 5 ਸਾਲ ਸੁਣਨ ਨੂੰ ਨਹੀਂ ਮਿਲਣੀ। ਇਹ ਰੌਚਕ ਹੈ, ਇਹਨਾਂ ਦਿਨਾਂ 'ਚ ਹੀ ਆ, 2-3 ਦਿਨਾਂ 'ਚ ਇਹਨੇ ਸਾਥਹੀਨ ਹੋ ਜਾਣਾ, ਇਹਨੇ ਦਮ ਤੋੜ ਜਾਣਾ ਇਸ ਬਹਿਸ ਨੇ। ਚਲੋ ਇਸ ਬਹਿਸ ਨੂੰ ਅੱਗੇ ਵਧਾਇਆ ਇਸ ਕਰਕੇ ਇੱਕ ਬੰਦਾ, ਜਿਸ ਬੰਦੇ ਨੂੰ ਪਹਿਲਾਂ RSS ਦਾ ਹੋਣ ਦਾ ਆਪਾਂ ਪੂਰਾ ਠੱਪਾ ਲਾਤਾ ਤੇ ਉਹਨੂੰ ਨਾਲ ਦੀ ਨਾਲ ਹੀ ਅਸੀਂ ਮੁੜ ਕੇ ਖਾੜਕੂ ਹੋਣ ਦਾ ਠੱਪਾ ਵੀ ਲਾਤਾ ਹੈ, ਉਹਨੂੰ ਅਸੀਂ ਖਾਲਿਸਤਾਨੀ ਹੋਣ ਦਾ ਵੀ ਲਾਤਾ ਹੈ ਵੀ ਇਹ ਇਹਦਾ ਮੁਖੀ ਬਣ ਜੂ, ਮੈਂ ਉਹਦਾ ਬਣ ਜੂ। ਇਹੀ ਕੁਮਾਰ ਵਿਸ਼ਵਾਸ ਨੇ ਕਿਹਾ ਨਾ ਵੀ ਉਦੋਂ ਗੱਲ ਹੋਈ ਸੀ। ਸਵਾਲ ਇਹ ਹੈ ਕਿ ਉਹਦਾ ਚਿਹਰਾ ਵੇਖੋ ਭਾਈ, ਉਹਦਾ ਚਿਹਰਾ ਵੇਖੋ, ਉਹਦੇ ਤੇ ਇਲਜ਼ਾਮ ਕੋਈ ਹੋਰ ਲਾਓ। ਮੈਨੂੰ ਲੱਗਦਾ ਗਲਤੀ ਤੇ ਕਾਹਲੀ ਦੇ ਵਿੱਚ ਗਲਤ ਚੀਜ਼ਾਂ ਹੋ ਰਹੀਆਂ। ਇਹਨੇ ਸ਼ਾਇਦ ਉਨੀ ਮਾਰ ਨਹੀਂ ਕਰਨੀ ਜੋ ਮੇਰਾ ਮਨ ਕਹਿ ਰਿਹਾ ਕਿ ਉਹਨੂੰ ਤੁਸੀਂ ਖਾਲਿਸਤਾਨੀ ਚੌਕਟੇ 'ਚ ਰੱਖ ਕੇ ਕਿਵੇਂ ਵੇਖ ਸਕਦੇ ਹੋ, ਤੁਸੀਂ ਉਹਨੂੰ ਖਾੜਕੂ ਵਜੋਂ ਕਿਵੇਂ ਰੱਖ ਕੇ ਵੇਖ ਸਕਦੇ ਹੋ।
ਉਹਨੂੰ ਆਰਐਸਐਸ ਵਜੋਂ ਤੁਸੀਂ 100 ਵਾਰੀ ਕਹਿੰਦੇ ਸੀ ਨਾ, ਉਹਦੇ ਉੱਤੇ ਬਹਿਸ ਛਿੜ ਜਾਂਦੀ ਸੀ। ਹਾਂ ਵਾਕਿਆ ਯਾਰ ਹੋ ਸਕਦੀ ਗੱਲ, ਇੱਕ ਦੋ ਵਾਰੀ ਕਿਤੇ ਕਈ ਗੱਲ ਵੀ ਹੈਗੀ ਆ ਕਿ ਅਸੀਂ ਤੇ ਜੀ ਮੈਂ ਤਾਂ ਪਿੱਛੋਂ ਇਸ ਤਰ੍ਹਾਂ ਜੀ ਉਸ ਤਰ੍ਹਾਂ। ਹੁਣ ਇਹਨਾਂ ਦੋਵਾਂ ਚੀਜ਼ਾਂ ਨੂੰ ਮੈਨੂੰ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਗੱਲ ਸ਼ੁਰੂ ਕਰ ਲੈਂਦੇ। ਇੱਕੋ ਬੰਦਾ ਇੱਕੋ ਵੇਲੇ ਦੋ ਸਾਂਚਿਆਂ 'ਚ ਫਿੱਟ ਕਰਦੇ ਕਰਦੇ ਮੈਨੂੰ ਲੱਗਦਾ ਦੋਵਾਂ ਸਾਂਚਿਆਂ 'ਚੋਂ ਬਾਹਰ ਕੱਢ ਕੇ ਪੰਜਾਬ ਵੱਲ ਖਿਲਾਰ ਦੇਣਾ ਨਾ। ਮੈਨੂੰ ਲੱਗਦਾ ਕਿ ਪਾਰਟੀਆਂ ਦੀ ਕ੍ਰੈਡੀਬਿਲਿਟੀ ਇਸ ਇਸ਼ੂ ਤੇ ਖਤਮ ਹੋ ਜਾਣੀ ਹੈ। ਤੁਸੀਂ ਬਿਲਕੁਲ ਗੱਲ ਸਹੀ ਕਹੀ ਹੈ ਕਿ ਪਹਿਲਾਂ ਇਹ ਗੱਲ ਚੱਲ ਰਹੀ ਸੀ ਸਿਆਸਤ ਦੇ ਵਿੱਚ ਕਿ ਇਹ ਤਾਂ ਆਰਐਸਐਸ ਦਾ ਬੰਦਾ, ਇਹ ਅੰਨਾ ਹਜ਼ਾਰੇ ਮੂਵਮੈਂਟ ਚੋਂ ਨਿਕਲਿਆ ਹੈ। ਅੰਨਾ ਹਜ਼ਾਰੇ ਮੂਵਮੈਂਟ ਬੇਸਿਕਲੀ ਆਰਐਸਐਸ ਦੀ ਸਪਾਂਸਰਡ ਸੀ, ਇਸ ਕਰਕੇ ਆਰਐਸਐਸ ਦਾ। ਹੁਣ ਇਹ ਜਿਹੜਾ ਇੱਕਦਮ ਹੈ ਇਹਨੂੰ ਖਾਲਿਸਤਾਨੀਆਂ ਦੇ ਨਾਲ ਜੋੜਤਾ। ਤੁਹਾਨੂੰ ਯਾਦ ਹੋਣਾ ਕਿ ਪਿਛਲੇ ਵਾਰੀ ਵੀ, ਕਿਉਂਕਿ ਪਿਛਲੇ ਵਾਰੀ ਇਹ ਇਸ਼ੂ ਚੱਲ ਗਿਆ ਸੀ, ਪਤਾ ਨਹੀਂ ਕਿਵੇਂ ਚੱਲ ਗਿਆ, ਪਿਛਲੇ ਵਾਰੀ ਇਸ ਇਸ਼ੂ ਨੇ ਵਰਕ ਕੀਤਾ ਸੀ। ਕੇਜਰੀਵਾਲ ਦਾ ਅੰਡਰ ਕਰੰਟ ਸੀ, ਲੇਕਿਨ ਇਸ ਇਸ਼ੂ ਤੇ ਆ ਕੇ ਉਹ ਮਾਰਜਨਲਾਈਜ਼ ਹੋ ਗਿਆ ਤੇ ਸਿਰਫ 20 ਸੀਟਾਂ ਤੇ ਰਹਿ ਗਿਆ, ਚਾਹੇ ਫੈਕਟਰ ਹੋਰ ਵੀ ਹੋਣਗੇ। ਇਹ ਹੁਣ ਕੁਮਾਰ ਵਿਸ਼ਵਾਸ ਦੀ ਜੋ ਗੱਲ ਹੈ, ਕੁਮਾਰ ਵਿਸ਼ਵਾਸ ਤੇ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਹੈ, ਕਿਉਂਕਿ ਪਤਾ ਨਹੀਂ ਕਿਸ ਕੰਟੈਕਸਟ ਦੇ ਵਿੱਚ ਗੱਲ ਕਹੀ ਹੋਣੀ। ਕਈ ਵਾਰੀ ਇਹ ਹੁੰਦਾ ਜਦ ਤੁਸੀਂ ਦੋਸਤ ਹੁੰਦੇ ਹੋ, ਦੋਸਤੀ ਦੇ ਵਿੱਚ ਕੋਈ ਗੱਲ ਕਈ ਵਾਰੀ ਅਲੱਗ ਕੰਟੈਕਸਟ ਦੇ ਵਿੱਚ ਕਹੀ ਜਾਂਦੀ ਹੈ ਤੇ ਉਹਨੂੰ ਬਾਅਦ ਦੇ ਵਿੱਚ ਹੋਰ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਕਿਉਂਕਿ ਮੈਂ ਕੁਮਾਰ ਵਿਸ਼ਵਾਸ ਦੀ ਫੈਮਿਲੀ ਨੂੰ ਵੀ ਥੋੜਾ ਜਿਹਾ ਜਾਣਦਾ, ਉਹਨਾਂ ਦੇ ਬੜੇ ਜਿਹੜੇ ਬ੍ਰਦਰ ਹੈਗੇ, ਹੀ ਇਜ਼ ਆਲਸੋ ਪ੍ਰੋਫੈਸਰ ਆਫ ਪੋਲੀਟੀਕਲ ਸਾਇੰਸ ਤੇ ਮੇਰੇ ਅੱਛੇ ਦੋਸਤ ਹੈਗੇ। ਉਹਨਾਂ ਨੂੰ 2 ਸਾਲ ਪਹਿਲਾਂ ਬੀਜੇਪੀ ਸਰਕਾਰ ਨੇ ਸੈਂਟਰਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਗਾਇਆ ਤੇ ਹੁਣ ਮੈਨੂੰ ਨਹੀਂ ਪਤਾ ਕਿ ਕਿਹੜਾ ਬੰਦਾ ਕਿਹੜੀ ਪਾਰਟੀ ਦੇ ਬਿਹਾਫ ਤੇ ਕਿਹੜੀ ਗੱਲ ਕਰ ਰਿਹਾ ਹੈ। ਕਈ ਵਾਰੀ ਕਿਸੇ ਹੋਰ ਕੰਟੈਕਸਟ ਦੇ ਵਿੱਚ ਗੱਲ ਕਹੀ ਹੋਈ, ਉਹਨੂੰ ਇਸ ਟਾਈਮ ਇਸ ਤਰ੍ਹਾਂ ਦਾ ਇਸ਼ੂ ਬਣਾ ਦੇਣਾ, ਔਰ ਖਾਸ ਤੌਰ ਤੇ ਇੱਕ ਹਿੰਦੂ ਜੈਂਟਲਮੈਨ ਜਿਹੜਾ ਹੈ ਉਹਨੂੰ ਮਤਲਬ ਇਹ ਕਹਿ ਦੇਣਾ ਕਿ ਖਾਲਿਸਤਾਨੀ, ਉਹਦੇ ਤੇ ਟੈਗ ਕਿੰਨਾ ਕੁ ਜੱਚਦਾ ਹੈ। ਜੇ ਸਿਮਰਨਜੀਤ ਸਿੰਘ ਦੇ ਮਾਂ ਦੇ ਬਾਰੇ ਗੱਲ ਕਹੀ ਹੁੰਦੀ, ਕਿਸੇ ਹੋਰ ਦੇ ਬਾਰੇ ਗੱਲ ਕਹੀ ਹੁੰਦੀ, ਤਾਂ ਹੋ ਸਕਦਾ ਇਹ ਟੈਗ ਜਿਹੜਾ ਹੈਗਾ ਕੰਮ ਕਰ ਜਾਂਦਾ। ਨਹੀਂ, ਮੇਰਾ ਮਤਲਬ ਪ੍ਰੋਫੈਸਰ ਸਾਹਿਬ ਆਰਐਸਐਸ ਵਾਲਾ ਟੈਗ ਲਾ ਕੇ ਗਾਂ ਤੁਰੇ ਜਾਂਦੇ ਨਾ, ਅਕਾਲੀ ਕਾਂਗਰਸੀ ਤੇ ਗੱਲ ਬਣਦੀ ਸੀ। ਮੈਨੂੰ ਲੱਗਦਾ ਉਹ ਗੱਲ ਉਹ ਭੰਬਲ ਭੂਸੇ ਚ ਪਈ ਰਹਿਣੀ ਸੀ, ਲੋਕਾਂ ਸਵਾਲ ਪੁੱਛਣੇ ਵੀ ਸੀ, ਹੋ ਸਕਦਾ 1% ਵੋਟ ਇੱਧਰ ਉੱਧਰ ਸ਼ਿਫਟ ਹੁੰਦੀ ਵੀ ਇਸ ਨਾਂ ਤੇ। ਪਰ ਜਿਹੜਾ ਇਹ ਨਵਾਂ ਸੱਪ ਕੱਢਿਆ, ਇਹ ਸੱਪ ਮੈਨੂੰ ਲੱਗਦਾ ਕਿ ਪਹਿਲਾਂ ਦੰਦ ਦੁੰਦ ਤੋਂ ਬਿਨਾਂ ਸੀਗਾ, ਇਹ ਜ਼ਹਿਰ ਜ਼ੋਰ ਤੇ ਕੁਝ ਵੀ ਇਹਦੇ ਚ ਨਹੀਂ ਸੀਗਾ। ਇਹ ਮੈਨੂੰ ਲੱਗਦਾ ਕਿਤੇ ਉਲਟਾ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜੇ ਥੁੱਕ ਜਾਈ ਉਹਦਾ ਲੱਗ ਗਿਆ ਤੇ ਜਿਹੜਾ ਫੜਿਆ ਜਿਹਨੇ ਹੱਥ 'ਚ ਉਹਨੂੰ ਹੀ ਲੱਗ ਜਾਣਾ ਲੱਗਦਾ। ਕੀ ਕਹਿੰਦੇ? ਮੈਨੂੰ ਲੱਗਦਾ ਹੈ ਕਿ ਇਸ ਗੱਲ ਨਾਲ ਹਿੰਦੂਆਂ ਨੇ ਤਾਂ ਡਰਨਾ ਨਹੀਂ, ਜਿਵੇਂ ਭਾਸਕਰ ਸਾਹਿਬ ਨੇ ਕਿਹਾ। ਸਾਰਿਆਂ ਨੂੰ ਪਤਾ ਹੈ ਕਿ ਮਤਲਬ ਸਿਆਸਤ ਦੇ ਵਿੱਚ ਅਖੀਰ ਦੇ ਵਿੱਚ, ਔਰ ਲੋਕ ਵੀ ਮੈਂਟਲੀ ਪ੍ਰਿਪੇਅਰ ਸੀ ਇਸ ਵਾਰੀ ਕਿ ਲਾਸਟ ਦੇ ਵਿੱਚ ਕੇਜਰੀਵਾਲ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਇਸ ਤਰ੍ਹਾਂ ਦੇ ਸ਼ੋਸ਼ੇ ਚੱਲਣਗੇ। ਇਹ ਲੋਕ ਸ਼ੋਸ਼ੇ ਦੇ ਤੌਰ ਤੇ ਲੈ ਰਹੇ ਨੇ, ਮੇਰਾ ਖਿਆਲ ਹੈ ਇਸ ਸਟੇਜ ਤੇ ਉਹਨਾਂ ਦਾ ਅਸਰ ਕੋਈ ਨਹੀਂ ਹੋਣਾ। ਇਹ ਨਾ ਹੋਵੇ ਕਿਤੇ ਕਿ ਜਿਹੜਾ ਹਿੰਦੂ ਵੋਟਰ ਬਾਕੀ ਪਾਰਟੀਆਂ ਦੀ ਨਜ਼ਰ ਦੇ ਵਿੱਚ ਹੈ, ਉਹਦੇ ਬਿਹੇਵੀਅਰ ਤੇ ਤਾਂ ਕੋਈ ਅਸਰ ਨਾ ਪਵੇ, ਬਲਕਿ ਜਿਹੜੇ ਰੈਡੀਕਲਸ ਹੈਗੇ ਹੋਰ ਜੁੜ ਜਾਣ ਇਹਦੇ ਨਾਲ, ਇਹਦੇ ਨਾਲ ਐਡਵਾਂਟੇਜ ਨਾ ਕਿਧਰੇ ਹੋ ਜਾਵੇ। ਉਹ ਇੱਕ ਨਾ ਮੈਨੂੰ ਲੱਗਦਾ ਜਿਹੜੀ ਪਾਰਟੀ ਪਹਿਲੇ 50 ਤੇ ਰੁਕਦੀ ਨਜ਼ਰ ਆਉਂਦੀ ਸੀ ਨਾ, ਕਿਤੇ ਇਹ ਨਾ ਹੋਏ ਕੋਈ ਕ੍ਰਾਸ ਕਰ ਜਾਏ। ਮੈਨੂੰ ਇਹ ਲੱਗਦਾ ਕਿ ਕਿਧਰੇ ਇਹਨੂੰ ਐਡਵਾਂਟੇਜ ਨਾ ਹੋ ਜਾਵੇ ਇਸ ਚੀਜ਼ ਦਾ। ਜ਼ਿਆਦਾ ਪੋਸੀਬਿਲਿਟੀ ਇਹ ਲੱਗਦੀ ਹੈ ਕਿ ਜੇ ਪਹਿਲਾਂ ਮਾੜੀ ਮੋਟੀ ਕੋਈ ਕਸਰ ਵੀ ਸੀ ਇਸ ਇਸ਼ੂ ਨਾਲ, ਉਹ ਵੀ ਕਸਰ ਪੂਰੀ ਹੋ ਜਾਵੇ। ਨਹੀਂ, ਇੱਕ ਕਿਸੇ ਪਾਰਟੀ ਦਾ ਕੋਈ ਏਜੰਡਾ ਹੋਵੇ ਕਿ ਕੇਜਰੀਵਾਲ ਨੂੰ ਮੈਜੋਰਟੀ ਆ ਜਾਵੇ। ਓਏ ਹੋਏ ਹੋਏ ਹੋਏ, ਇਹ ਇੱਕ ਸਿਰੇ ਦੀ ਗੱਲ ਕਹਿਤੀ ਭਾਸਕਰ ਸਾਹਿਬ। ਕਿਤੇ ਕੋਈ ਕਿਧਰੇ ਕੋਈ ਲੁਕਮਾ ਏਜੰਡਾ ਤਾਂ ਨਹੀਂ ਵੀ ਚਲੋ ਕੇਜਰੀਵਾਲ ਨੂੰ ਅੱਗੇ ਵਧਾ ਦਿਓ, ਏਦਾਂ ਹੀ ਸਹੀ? ਨਹੀਂ ਸਰ, ਏਜੰਡਾ ਇਹਦੇ ਵਿੱਚ ਨਹੀਂ ਹੈ। ਇਸ ਤੋਂ ਪਹਿਲੇ ਜ਼ਰੂਰ ਹੋ ਸਕਦਾ ਸੀਗਾ, ਕਿਉਂਕਿ ਦੇਖੋ ਭਾਜਪਾ ਨੇ ਕੇਜਰੀਵਾਲ ਦੇ ਉੱਤੇ ਕੋਈ ਵੱਡਾ ਅਟੈਕ ਨਹੀਂ ਕੀਤਾ। ਹੋ ਸਕਦਾ ਪਹਿਲੇ ਉਹਨਾਂ ਦਾ ਟਾਰਗੇਟ ਕਾਂਗਰਸ ਹੋਏ, ਕਿਉਂਕਿ 2 ਮਹੀਨੇ ਪਹਿਲੇ ਗੱਲ ਚੱਲਦੀ ਸੀ ਵੀ ਕਾਂਗਰਸ ਪੰਜਾਬ ਦੇ ਵਿੱਚ ਰਿਪੀਟ ਕਰ ਰਹੀ ਹੈ। ਉਸ ਟਾਈਮ ਉਹਨਾਂ ਨੇ ਕਾਂਗਰਸ ਨੂੰ ਨਿਸ਼ਾਨਾ ਜ਼ਰੂਰ ਬਣਾਇਆ ਹੋਏਗਾ, ਪਰ ਕੇਜਰੀਵਾਲ ਨੂੰ ਖੁੱਲਾ ਛੱਡਿਆ ਸੀਗਾ। ਪਰ ਗੱਲ ਤੇ ਗਾਂਹ ਚਲੀ ਗਈ, ਔਰ ਹੁਣ ਹਾਲਾਤ ਏਦਾਂ ਦੇ ਪੈਦਾ ਹੋ ਗਏ ਵੀ ਕਾਂਗਰਸ ਤੇ ਪਿੱਛਾ ਹੋ ਗਈ, ਕੇਜਰੀਵਾਲ ਉਹ ਤਾਂ ਚੜ ਗਿਆ। ਹੁਣ ਉਹਨੂੰ ਰੋਕਣਾ ਬਹੁਤ ਜ਼ਰੂਰੀ ਸੀ। ਇਹ ਲਾਸਟ ਪੈਂਤੜਾ ਸੀਗਾ
ਜਿਹੜਾ ਹੁਣ ਮੈਨੂੰ ਲੱਗਦਾ ਨਹੀਂ, ਮੈਨੂੰ ਐਜ਼ ਏ ਹਿੰਦੂ ਇਹ ਗੱਲ ਨਹੀਂ ਲੱਗਦੀ, ਕਿਉਂਕਿ ਟਾਰਗੇਟ ਤੇ ਅਸੀਂ ਹਾਂ ਹਿੰਦੂ। ਡਰਾਉਣ ਦੀ ਕੋਸ਼ਿਸ਼ ਕਿਹਨੂੰ ਹੋ ਰਹੀ ਹੈ? ਹਿੰਦੂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੇ ਕੇਜਰੀਵਾਲ ਆ ਗਿਆ ਤੇ ਪੰਜਾਬ ਦੇ ਵਿੱਚ ਅੱਤਵਾਦ ਆ ਜਾਏਗਾ। ਮੇਰੀ ਸਮਝ ਤੋਂ ਬਾਹਰ ਹੈ, ਔਰ ਮੇਰੇ ਆਪਣੇ ਵਰਗੇ ਕਈ ਹਿੰਦੂਆਂ ਨਾਲ ਗੱਲਬਾਤ ਹੋਈ, ਉਹ ਵੀ ਇਸ ਗੱਲ ਨੂੰ ਮੰਨਣ ਤੋਂ ਤਿਆਰ ਨਹੀਂ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹ ਗੱਲ ਨਾ ਜ਼ਿਆਦਾ ਜ਼ੋਰ ਪਕੜ ਜਾਣੀ ਹੈ। ਜਿੱਦਾਂ ਮੈਂ ਪਹਿਲੇ ਵੀ ਕਹਿ ਰਿਹਾ ਕਿ ਮਾਤੜ ਬੰਦੇ ਦੇ ਉੱਤੇ ਐਵੇਂ ਤੁਸੀਂ ਉਹਦੇ ਚੋਰ ਦਾ ਠੱਪਾ ਲਾਓ, ਅੱਤਵਾਦੀ ਦਾ ਠੱਪਾ ਲਾਓ, ਤੇ ਫਿਰ ਮਤਲਬ ਲੋਕ ਪੰਜਾਬੀ ਤੁਹਾਨੂੰ ਪਤਾ ਫਿਰ ਖੜਦੇ ਆ, ਤੇ ਫਿਰ ਏਦਾਂ ਖੜਦੇ ਆ ਕਿ ਵੀ ਲੈਣ ਦੇ ਦੇਣੇ ਪੈ ਜਾਂਦੇ। ਅੱਛਾ, ਇੱਕ ਚੀਜ਼ ਇਹਦੇ ਵਿੱਚ ਪ੍ਰੋਫੈਸਰ ਸਾਹਿਬ ਹੋਰ ਸੀਗੀ, ਹੈ ਤਾਂ ਇਹ ਬਹੁਤ ਦੁੱਖ ਔਰ ਤਕਲੀਫ ਦੇ ਸੀ, ਔਰ ਸੱਚਮੁੱਚ ਪੰਜਾਬ ਜਿੱਥੇ ਵੀ ਪੰਜਾਬੀ ਵਸਦਾ, ਦੀਪ ਸਿੱਧੂ ਦੀ ਮੌਤ ਨਾਲ ਉਹਨਾਂ ਨੂੰ ਇੱਕ ਝਟਕਾ ਲੱਗਿਆ ਸੀ। ਉਹ ਬੜਾ ਉਮਦਾ ਕਲਾਕਾਰ ਸੀ, ਉਹਨੇ ਬਹੁਤ ਅੱਛਾ ਕੰਮ ਕੀਤਾ ਸੀਗਾ। ਠੀਕ ਹੈ, ਕਿਸਾਨੀ ਅੰਦੋਲਨ ਚੋਂ ਵਖਰੇਵੇਂ ਵੀ ਸੀ, ਕਈ ਤਰ੍ਹਾਂ ਦੇ ਉਹਦੇ ਉੱਤੇ ਦੋਸ਼ ਵੀ ਲੱਗੇ, ਲਾਲ ਕਿਲੇ ਵਾਲੀ ਘਟਨਾ ਨੇ ਉਹਨੂੰ ਥੋੜਾ ਡਾਊਨ ਵੀ ਕੀਤਾ, ਪਰ ਕੁੱਲ ਮਿਲਾ ਕੇ ਉਹਦੀ ਮੌਤ ਤੋਂ ਬਾਅਦ ਉੱਥੇ ਕੋਈ ਲੱਖ ਖੰਡ ਦਾ ਕਹਿੰਦੇ ਇਕੱਠ ਹੋਇਆ, 50,000 ਤੋਂ ਜ਼ਿਆਦਾ ਬੰਦਾ ਉੱਥੇ ਇਕੱਠਾ ਹੋ ਗਿਆ। ਹੁਣ ਉਸ ਵੇਲੇ ਇੱਕ ਯਾਦ ਹੈ ਮੈਨੂੰ ਕਿ ਅਮਰਗੜ੍ਹ ਚ ਉਹਨੇ ਭਾਸ਼ਣ ਦਿੱਤਾ ਸੀਗਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਚ। ਇੱਕ ਹੱਥ ਚ ਸ੍ਰੀ ਸਾਹਿਬ ਫੜੀ ਸੀ, ਤਲਵਾਰ ਸੀ, ਤੇ ਦੂਜੇ ਹੱਥ ਵਿੱਚ ਉਹਨੇ ਝਾੜੂ ਚੱਕਿਆ ਸੀ। ਉਹ ਤਾਂ ਸੰਕੇਤਕ ਸੀ, ਇੱਕ ਸੀਟ ਲਈ ਸੀ, ਸ਼ਾਇਦ ਇੱਕੋ ਹੀ ਸੀਟ ਲਈ ਕਿ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ। ਉਹਨੇ ਉੱਥੇ ਤੱਕੜੀ ਦਾ ਜ਼ਿਕਰ ਕੀਤਾ, ਬਾਕੀ ਵੀ ਕੀਤੇ, ਲੇਕਿਨ ਕੁਦਰਤੀ ਤੌਰ ਤੇ ਘਰ ਚ ਉਹਨੇ ਝਾੜੂ ਫੜਿਆ ਸੀ। ਤੇ ਜਿਸ ਦਿਨ ਇਹ ਗੱਲ ਉਹਦੀ ਮੌਤ ਹੁੰਦੀ, ਉਸ ਤੋਂ ਬਾਅਦ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ। ਭਾਸਕਰ ਸਾਹਿਬ ਦੀ ਗੱਲ ਤੇ ਤੁਹਾਡੀ ਗੱਲ ਵੀ ਠੀਕ ਹੈ ਕਿ ਜਿਹੜੀਆਂ ਧਿਰਾਂ ਕੇਜਰੀਵਾਲ ਦੇ ਖਿਲਾਫ ਉਹਦੇ RSS ਨਾਲ ਜੁੜਦੇ ਸੰਬੰਧਾਂ ਜਦ ਲਾਏ ਦੋਸ਼ਾਂ ਕਰਕੇ ਸੀ, ਤੇ ਜਿਹੜੇ ਉਹਨੂੰ ਦੇਖਦੇ ਸੀ ਵੀ ਸ਼ਾਇਦ ਦੀਪ ਸਿੱਧੂ ਕੇਜਰੀਵਾਲ ਦੇ ਖਿਲਾਫ ਆ ਨਵਾਂ ਨੈਰੇਟਿਵ ਵਿੱਚ ਲਿਆਉਣ ਨਾਲ ਕਿਤੇ ਉਹਨੂੰ ਇਹਦਾ ਫਾਇਦਾ ਤਾਂ ਨਹੀਂ ਹੁੰਦਾ ਦਿਸਦਾ। ਇਹ ਵੀ ਇੱਕ ਵੱਡਾ ਕਿਤੇ ਪਾਰਟੀਆਂ ਕਾਲੀ ਦੇ ਵਿੱਚ ਕਈ ਐਂਗਲ ਸਮਝਣ ਤੋਂ ਅਸਮਰਥ ਹੋ ਜਾਂਦੀਆਂ, ਜਾਂ ਕਿਸੇ ਵੇਲੇ ਬਹੁਤਾ ਤੇਜ਼ ਬੰਦਾ ਜਿਹੜਾ ਪੰਜਾਬ ਦੀ ਮਿੱਟੀ ਧਰਾਤਲ ਨੂੰ ਨਹੀਂ ਜਾਣਦਾ, ਉਹਦੇ ਕੋਲੋਂ ਨੈਰੇਟਿਵ ਕੁਝ ਗਲਤ ਬਣ ਗਿਆ। ਕੀ ਕਹਿੰਦੇ ਹੋ? ਦੋਨਾਂ ਲਈ ਇਹ ਸਵਾਲ ਆ, ਜਿੱਥੋਂ ਮਰਜ਼ੀ ਸ਼ੁਰੂ ਕਰ ਲਓ। ਭਾਸਕਰ ਸਾਹਿਬ ਦੱਸ ਦੇਣਗੇ। ਨਹੀਂ, ਭਾਸਕਰ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਦੀਪ ਸਿੱਧੂ ਦਾ ਜ਼ਿਕਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹੋ ਰਿਹਾ ਹੈ, ਕਿਉਂਕਿ ਉਹ ਮਾਨ ਦਲ ਦਾ ਜਾਂ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਇੱਕ ਤਰੀਕੇ ਨਾਲ ਸਪੋਰਟ ਵੀ ਕਰ ਰਹੇ ਸੀ, ਕਨਵੈਂਸਿੰਗ ਵੀ ਕਰ ਰਹੇ ਸੀਗੇ। ਪਰ ਉਹਦੇ ਨਾਲ ਇਹਨੂੰ ਜੋੜਨਾ, ਚਲੋ ਉਹ ਬਾਈ ਡਿਫਾਲਟ ਤੇ ਹੋ ਸਕਦਾ ਹੈ ਕਿ ਵੀ ਦੂਜੇ ਪਾਸੇ ਦੇਖੋ ਤੁਸੀਂ ਸਿਮਰਜੀਤ ਸਿੰਘ ਜਿਹੜਾ ਦੀਪ ਸੰਧੂ ਉਹਨਾਂ ਦੀ ਵੀਡੀਓ ਜੀ ਜਾਰੀ ਹੋਈ ਹੈ, ਜਿਹਦੇ ਵਿੱਚ ਕਹਿੰਦੇ ਵੀ ਤੁਸੀਂ ਜਿਸ ਹੱਥਾਂ ਦੇ ਵਿੱਚ ਤਲਵਾਰ ਚੁੱਕਣੀ ਸੀਗੀ ਉੱਥੇ ਤੁਸੀਂ ਝਾੜੂ ਚੱਕੋਗੇ ਹੁਣ। ਯਾਨੀ ਉਹ ਨੈਰੇਟਿਵ ਆਮ ਆਦਮੀ ਪਾਰਟੀ ਦੇ ਖਿਲਾਫ ਜਾਂਦਾ ਸੀਗਾ। ਪਰ ਚਲੋ ਆਪਾਂ ਇਸ ਮੁੱਦੇ ਤੇ ਬਹੁਤਾ ਜ਼ਿਕਰ ਨਾ ਕਰੀਏ ਤੇ ਜ਼ਿਆਦਾ ਬੈਟਰ ਹੈ, ਕਿਉਂਕਿ ਉਹ ਸ਼ਖਸੀਅਤ ਹੁਣ ਇਸ ਧਰਤੀ ਦੇ ਵਿੱਚ ਨਹੀਂ ਹੈਗੇ, ਤੇ ਅਸੀਂ ਉਹਨਾਂ ਦੀ ਇੱਜ਼ਤ ਵੀ ਕਰਦੇ ਹਾਂ। ਦਿਵੰਗਤ ਆਤਮਾ ਹੈ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਪਰ ਜ਼ਰੂਰ ਇਹ ਗੱਲ ਠੀਕ ਹੈ ਕਿ ਕੇਜਰੀਵਾਲ ਉਹਨਾਂ ਦੇ ਉੱਤੇ ਅੱਤਵਾਦੀ ਦਾ ਠੱਪੇ ਲਾਉਣ ਦੀ ਕੋਸ਼ਿਸ਼ ਮੈਨੂੰ ਪਰਸਨਲੀ ਲੱਗਦਾ ਹੈ ਕਿ ਨਾਕਾਮਯਾਬ ਰਹੇਗੀ, ਔਰ ਇਹਦੇ ਰਾਹੀਂ ਕੇਜਰੀਵਾਲ ਉਹਨਾਂ ਦੀ ਜਿੱਤ ਨੂੰ ਹੋਰ ਨਿਸ਼ਚਿਤ ਕਰਨ ਦੀ ਇਹ ਸਾਰੀ ਰਵਾਇਤੀ ਪਾਰਟੀਆਂ ਜਿਹੜਾ ਕੰਮ ਪੁੱਠਾ ਕਰਨਾ ਚਾਹੁੰਦੀ ਸੀ ਉਹ ਸਿੱਧਾ ਪੈ ਜਾਏਗਾ। ਮੈਨੂੰ ਲੱਗਦਾ ਜਿਵੇਂ ਕਈ ਪੰਜਾਬੀ ਚ ਕਹਿੰਦੇ ਨੇ ਪੁੱਠੀਆਂ ਵੀ ਸਿੱਧੀਆਂ ਪੈ ਰਹੀਆਂ, ਸਿੱਧੀਆਂ ਵੀ ਪੁੱਠੀਆਂ ਪੈ ਰਹੀਆਂ। ਉਹਦਾ ਜੀ ਪ੍ਰੋਫੈਸਰ ਸਾਹਿਬ ਇਸੇ ਗੱਲ ਨੂੰ ਅੱਗੇ ਵਧਾ ਦਿਓ ਕਿ ਇੱਕ ਜਿਹੜਾ ਮੁੱਦਾ ਹੈ ਉਹ ਵਾਰੀ-ਵਾਰੀ ਨਹੀਂ ਚੱਲਦਾ, ਕਿਉਂਕਿ 2017 ਚ ਇਹ ਮੁੱਦਾ ਆਲਰੇਡੀ ਚੱਲ ਚੁੱਕਿਆ ਹੈ, ਔਰ ਵਾਰੀ-ਵਾਰੀ ਉਹੀ ਇਸ਼ੂ ਨੂੰ ਕੈਸ਼ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਔਰ ਇਹ ਜਿਹੜਾ ਮੁੱਦਾ ਚੱਕਿਆ ਹੈ, ਇਹਦੇ ਨਾਲ ਕੇਜਰੀਵਾਲ ਦੀ ਪਾਰਟੀ ਨੂੰ ਫਾਇਦਾ ਚਾਹੇ ਹੋ ਜਾਵੇ, ਮੈਨੂੰ ਲੱਗਦਾ ਨੁਕਸਾਨ ਹੋਣ ਦੀ ਪੋਸਿਬਿਲਿਟੀ ਬਹੁਤ ਘੱਟ ਹੈ। ਇਹ ਜਿਹੜਾ ਹੈ ਇਸ ਤਰ੍ਹਾਂ ਦਾ ਬਣ ਜਾਣਾ ਹੈ ਕਿ ਉਹਦੇ ਤੇ, ਕਿਉਂਕਿ ਇਹ ਟੈਗ ਫਿੱਟ ਨਹੀਂ ਹੁੰਦਾ, ਕਿਸੇ ਤੇ ਇਹ ਟੈਗ ਫਿੱਟ ਹੁੰਦਾ, ਕਿਸੇ ਤੇ ਨਹੀਂ ਹੁੰਦਾ। ਹੁਣ ਕੇਜਰੀਵਾਲ ਨੂੰ ਤੁਸੀਂ ਕਿਸ ਤਰ੍ਹਾਂ ਖਾਲਿਸਤਾਨੀ ਪ੍ਰੂਵ ਕਰ ਲਓਗੇ ਕਿ ਜਾਂ ਉਹ ਖਾਲਿਸਤਾਨ ਦਾ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਸੀ? ਇਹ ਗੱਲਾਂ ਕਿਸ ਸੰਦਰਭ ਦੇ ਵਿੱਚ ਫਿੱਟ ਹੁੰਦੀਆਂ ਹਨ? ਇਹ ਕਈ ਵਾਰੀ ਦੋਸਤਾਂ ਦੇ ਵਿੱਚ ਲਾਈਟ ਮੂਡ ਦੇ ਵਿੱਚ ਗੱਲਾਂ ਹੋ ਜਾਂਦੀਆਂ ਹਨ। ਮੈਂ ਤੁਹਾਨੂੰ ਦੱਸਦਾ, ਜਦ ਮਿਲੀਟੈਂਸੀ ਦਾ ਜ਼ਮਾਨਾ ਸੀ, ਉਸ ਟਾਈਮ ਵੀ ਇਸ ਤਰ੍ਹਾਂ ਦੀ ਮੂਵਮੈਂਟ ਚੱਲ ਰਹੀ ਸੀ ਖਾਲਿਸਤਾਨ ਦੀ, ਤਾਂ ਇੱਕ ਦੂਜੇ ਨੂੰ ਆਮ ਲੋਕ ਟੀਚਰ ਕਰਦੇ ਹੁੰਦੇ ਸੀ, ਕਿਉਂਕਿ ਮੈਂ ਅਕਾਲੀ ਪੋਲਿਟਿਕਸ ਤੇ ਕੰਮ ਕਰ ਰਿਹਾ ਸੀ, ਉਹਨਾਂ ਦਿਨਾਂ 'ਚ PhD ਕਰ ਰਿਹਾ ਸੀ। ਲੋਕ ਮੈਨੂੰ ਕਹਿੰਦੇ ਹੁੰਦੇ ਸੀ, ਯਾਰ ਅਕਾਲੀ ਪੋਲਿਟਿਕਸ ਤੇ PhD ਕਰਨ ਵਾਲੇ ਕਿੰਨੇ ਕੁ ਬੰਦੇ ਹੈਗੇ ਜਿਨ੍ਹਾਂ ਨੇ ਸਿੱਖ ਪੋਲਿਟਿਕਸ ਤੇ ਕੰਮ ਕੀਤੀ ਹੈ, ਤੂੰ ਤਾਂ ਕਿਧਰੇ ਨਾ ਕਿਧਰੇ ਐਂਬੈਸਡਰ ਲੱਗ ਹੀ ਜਾਣਾ ਜੇ ਖਾਲਿਸਤਾਨ ਬਣ ਗਿਆ। ਤਾਂ ਇਸ ਤਰ੍ਹਾਂ ਦੀਆਂ ਕਈ ਵਾਰੀ ਜਿਹੜੀਆਂ ਹੈਗੀਆਂ ਨਾ, ਉਹ ਲਾਈਟ ਮੂਡ ਦੇ ਵਿੱਚ ਦੋਸਤਾਂ ਦੇ ਵਿੱਚ ਕੀਤੀਆਂ ਹੋਈਆਂ ਗੱਲਾਂ ਹੁੰਦੀਆਂ, ਤੇ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕਰ ਦੇਣਾ ਸਿਆਸਤ ਦੇ ਵਿੱਚ,
ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਦਾ ਨੂੰ ਐਡਵਾਂਟੇਜ ਹੋਣ ਜਾ ਰਿਹਾ ਹੈ। ਜੇ ਐਡਵਾਂਟੇਜ ਹੋਏਗਾ, ਹੋਣ ਦੀ ਪੋਸਿਬਿਲਿਟੀ ਤਾਂ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਇਹਦਾ। ਅੱਛਾ, ਇਹਦੇ ਚ ਪ੍ਰੋਫੈਸਰ ਸਾਹਿਬ ਜਿਹੜਾ ਤੁਸੀਂ 2017 ਦਾ ਬਾਰ-ਬਾਰ ਜ਼ਿਕਰ ਕਰਦੇ ਹੋ, ਜੇ ਮੈਂ ਉਸ ਸਮੇਂ ਨੂੰ ਦੇਖਾਂ ਉਦੋਂ ਕੇਜਰੀਵਾਲ ਨੇ ਗਲਤੀਆਂ ਵੀ ਕੀਤੀਆਂ ਸੀ। ਮੋਗੇ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਉਹ ਕੁਝ ਐਸੀ ਜਗ੍ਹਾ ਤੇ ਗਏ ਸੀਗੇ ਜਿਹਦੇ ਨਾਲ ਜਿਹੜਾ ਸ਼ਹਿਰੀ ਵੋਟਰ ਹੈ ਉਹ ਥੋੜਾ ਜਿਹਾ ਅਸੁਰੱਖਿਅਤ ਮਹਿਸੂਸ ਕਰਨ ਲੱਗ ਗਿਆ ਸੀ, ਔਰ ਉਹਦੀ ਮੇਰਾ ਖਿਆਲ 5 ਸਾਲ ਜਿਹੜਾ ਗਿਲਟ ਰਿਹਾ ਹੋਊਗਾ ਕੇਜਰੀਵਾਲ ਦੇ ਮਨ ਚ ਵੀ ਮੈਂ ਕਿਹੜੇ ਚੱਕਰਾਂ ਚ ਪੈ ਗਿਆ, ਮੈਂ ਤਾਂ ਆਇਆ ਸੀਗਾ ਕਰਪਸ਼ਨ ਦੇ ਖਿਲਾਫ। ਹੁਣ ਉਹਨਾਂ ਨੂੰ ਮੈਨੂੰ ਲੱਗਦਾ ਕਿ ਇਸ ਵਾਰੀ ਬੜੇ ਫੂਕ ਕੇ ਕਦਮ ਇਸ ਪਾਰਟੀ ਨੇ ਰੱਖੇ, ਲੇਕਿਨ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਨੇ ਅਖੀਰ ਦੇ ਵਿੱਚ ਇਹੀ ਚੀਜ਼ ਫੜ ਲਈ ਆ ਕੇ ਕਿ ਇੱਥੇ ਪਿਛਲੀ ਵਾਰੀ ਫਸਿਆ ਸੀ, ਆਖਰੀ ਟਾਈਮ ਤੇ ਫਸਿਆ ਸੀ, ਮਗਰਲੇ 3 ਦਿਨਾਂ ਚ ਫਸਿਆ ਸੀ, ਐਰਕਾ ਫਸਾ ਕੇ ਫਿਰ ਵਧਾ ਦਿਓ ਗਾਂ ਨੂੰ। ਇਸ ਵਾਰੀ ਭਾਸਕਰ ਸਾਹਿਬ ਉਹ ਤੇ ਇਸ ਸਮੇਂ ਚ ਬੜਾ ਫਰਕ ਹੈ। ਉਦੋਂ ਇੱਕ ਸਬੂਤ ਸੀ, ਉਦੋਂ ਉਹ ਚੀਜ਼ਾਂ ਜਿਹੜੀਆਂ ਇਵੈਂਚੁਅਲੀ ਹੋਈਆਂ ਸੀ, ਉਹ ਈਵੈਂਟ ਸੀਗੇ, ਧਰਾਤਲ ਤੇ ਖਬਰਾਂ ਸੀ, ਸਭ ਕੁਝ ਸੀ। ਇਸ ਵਾਰੀ ਜੋ ਕੁਝ ਵੀ ਕਿਹਾ ਗਿਆ, ਕੀ ਕੁਮਾਰ ਵਿਸ਼ਵਾਸ ਕੋਲ ਕੋਈ ਰਿਕਾਰਡਿੰਗ ਹੈ ਕਿ ਉਹਨਾਂ ਨੇ ਉਹ ਗੱਲ ਸੀਰੀਅਸ ਅੰਦਾਜ਼ ਵਿੱਚ ਕੀਤੀ ਆ, ਕਦੋਂ ਕੀਤੀ ਆ, ਕਿਹੜੇ ਸਾਲ ਚ ਕੀਤੀ ਆ, ਉਸ ਤੋਂ ਬਾਅਦ ਇੰਨੇ ਸਾਲ ਉਹ ਬਾਹਰ ਕਿਉਂ ਨਹੀਂ ਆਈ, ਉਦੋਂ ਕੇਜਰੀਵਾਲ ਦਾ ਪੰਜਾਬ ਨਾਲ ਕਿੰਨਾ ਸੰਬੰਧ ਸੀ, ਉਹਦੇ ਇੱਥੋਂ ਦੇ ਲੋਕਾਂ ਨਾਲ, ਸਿੱਖਾਂ ਨਾਲ ਕਿੰਨੇ ਕੁ ਸੰਬੰਧ ਸੀ, ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਨੇ। ਹਾਲਾਂਕਿ ਕੇਜਰੀਵਾਲ ਵੱਲ ਬਹੁਤ ਸਾਰੇ ਸਵਾਲ ਪਏ ਨੇ, ਉਹਨੇ ਅਜੇ ਜਵਾਬ ਨਹੀਂ ਦਿੱਤੇ। ਉਹਨੇ ਸਿੱਖ ਮਿਨਿਸਟਰ ਨਹੀਂ ਲਿਆ ਕੋਈ, ਉਹਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਉੱਥੇ ਪੰਜਾਬੀ ਟੀਚਰ ਰੱਖਣ ਦੇ ਨਜ਼ਰੀਏ ਤੋਂ, ਫਿਰ ਉਹ ਕਈ ਮਿਸ਼ਨਾਂ ਦੇ ਵਿੱਚ ਕਈ ਐਸੀਆਂ ਜਗ੍ਹਾ ਤੇ ਜਾਂਦਾ ਰਿਹਾ ਜਿਹੜੀਆਂ ਸਿੱਖ ਧਰਮ ਦੇ ਨਜ਼ਰੀਏ ਤੋਂ ਵੱਖਰਾ ਇੱਕ ਰਾਏ ਰੱਖੀ ਜਾ ਸਕਦੀ ਆ। ਹਾਲਾਂਕਿ ਉਹ ਸਿੱਖ ਨਹੀਂ, ਉਹਦੇ ਉੱਤੇ ਉਹ ਮਰਿਆਦਾ ਵੀ ਲਾਗੂ ਨਹੀਂ ਹੁੰਦੀ, ਉਹ ਜਿੱਥੇ ਚਾਹਵੇ ਜਾ ਸਕਦਾ ਹੈ। ਪਰ ਉਹਨੇ ਅਜੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਆ ਕਿ ਉਹਨੇ ਵੱਖ-ਵੱਖ ਮੌਕਿਆਂ ਤੇ ਪੰਜਾਬ ਵਿੱਚੋਂ ਵੱਡੇ ਕਦਾਵਰ ਬੰਦੇ, ਸੁਖਪਾਲ ਖਹਿਰੇ ਵਰਗੇ, ਗਾਂਧੀ ਵਰਗੇ, ਛੋਟੇਪੁਰ ਵਰਗੇ, ਜਿਹੜੇ ਅੱਜ ਕੱਲ ਦੂਜੀਆਂ ਪਾਰਟੀਆਂ ਚੋਂ ਇਲੈਕਸ਼ਨਾਂ ਵੀ ਲੜ ਰਹੇ ਆ, ਉਹਨਾਂ ਨਾਲ ਨਾਇਨਸਾਫੀ ਕਿਉਂ ਕੀਤੀ। ਪਰ ਅਜੇ ਜਿਹੜਾ ਮੁੱਢਲਾ ਸਵਾਲ ਆ ਉਹ ਉੱਥੇ ਹੀ ਖੜਾ ਕਿ ਸ਼ਾਇਦ ਉਦੋਂ ਸਬੂਤ ਸਮੇਤ ਉਹ ਫਸ ਗਿਆ ਸੀ ਤੇ ਐਤਕੀ ਬਿਨਾਂ ਸਬੂਤ ਤੋਂ ਉਹਨੂੰ ਘੇਰਿਆ ਗਿਆ, ਇੱਥੋਂ ਨਿਕਲਣਾ ਸੌਖਾ ਜੀ। ਕਿਉਂਕਿ ਰੰਧਾਵਾ ਸਾਹਿਬ ਪਹਿਲਾਂ ਜਿਹੜਾ 2017 ਦੇ ਵਿੱਚ ਸੀ ਨਾ, ਬੜੀ ਜ਼ਬਰਦਸਤ NRI ਫੰਡਿੰਗ ਸੀ ਆਮ ਆਦਮੀ ਪਾਰਟੀ ਕੋਲੇ, ਤੇ ਬਹੁਤ ਲਾਰਜ ਸਕੇਲ ਦੇ ਵਿੱਚ ਜਿਹੜੇ NRI ਉਹ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਸਪੋਰਟ ਕਰ ਰਹੇ ਸੀ ਜੀ, ਔਰ ਜਿਹਦੇ ਵਿੱਚ ਉਸ ਤਰ੍ਹਾਂ ਦੇ ਵੀ ਬੰਦੇ ਸੀ ਜਿਨ੍ਹਾਂ ਦੀ ਸੈਪਰੇਟਿਸਟ ਮੂਵਮੈਂਟ ਦੇ ਨਾਲ ਅਟੈਚਮੈਂਟ ਸੀ ਜਾਂ ਸਿੰਪਥੀ ਸੀ। ਇਸ ਕਰਕੇ ਉਸ ਟਾਈਮ ਤਾਂ ਇਹ ਟੈਗ ਜਾਂ ਜਿਸ ਤਰ੍ਹਾਂ ਕਈ ਉਸ ਤਰ੍ਹਾਂ ਦੇ ਐਲੀਮੈਂਟਸ ਨੂੰ ਮਿਲਣ ਦੇ ਵੀ ਪ੍ਰੂਫ ਸੀ ਕੇਜਰੀਵਾਲ ਦੇ। ਪਰ ਇਸ ਵਾਰੀ ਤੁਹਾਡੀ ਗੱਲ ਠੀਕ ਹੈ ਕਿ ਕੋਈ ਉਹਨੇ ਬੜੇ ਫੂਕ ਕੇ ਇਹ ਕਦਮ ਰੱਖੇ ਨੇ ਕਿ ਕਿਧਰੇ ਮੇਰੇ ਤੇ ਪਹਿਲਾਂ ਵਾਲਾ ਠੱਪਾ ਲੱਗ ਕੇ ਉਸੇ ਤਰ੍ਹਾਂ ਦਾ ਕੰਮ ਨਾ ਹੋ ਜਾਵੇ। ਇਸ ਵਾਰੀ ਜਿਹੜਾ ਉਹਦੇ ਤੇ ਐਲੀਗੇਸ਼ਨ ਲਗਾਇਆ ਗਿਆ ਉਹ ਵਿਦਆਊਟ ਐਨੀ ਪ੍ਰੂਫ, ਔਰ ਜਿਹੜਾ ਇਸ ਵਾਰੀ ਉਹਦੇ ਤੇ ਇਹ ਟੈਗ ਫਿਟ ਨਹੀਂ ਹੋ ਰਿਹਾ, ਜਿਹਦੀ ਵਜ੍ਹਾ ਕਰਕੇ ਕਾਊਂਟਰ ਪ੍ਰੋਡਕਟਿਵ ਹੋ ਸਕਦਾ ਹੈ, ਇਹ ਉਲਟ ਪੈ ਸਕਦਾ ਹੈ ਜਿਹੜੀਆਂ ਪਾਰਟੀਆਂ ਨੇ ਮੁੱਦਾ ਚੱਕਿਆ, ਔਰ ਆਮ ਆਦਮੀ ਪਾਰਟੀ ਨੂੰ ਇਹਦੇ ਚੋਂ ਨੁਕਸਾਨ ਦੀ ਬਜਾਏ ਕਿਤੇ ਫਾਇਦਾ ਨਾ ਹੋ ਜਾਵੇ। ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਹੈ। ਭਾਸਕਰ ਸਾਹਿਬ, ਆਖਰੀ ਸ਼ਬਦ ਜਾਂਦੇ ਬਿਲਕੁਲ ਠੀਕ ਕਹਿ ਰਹੇ ਹੈ ਖਾਨ ਸਾਹਿਬ। ਔਰ ਇਹ ਜਿਹੜਾ ਸਾਜ਼ਿਸ਼ ਕਹਿ ਲਓ ਜਾਂ ਜਿਹੜਾ ਬ੍ਰਾਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਵੀ ਖਾਸ ਕਰਕੇ ਕੁਮਾਰ ਵਿਸ਼ਵਾਸ ਦੀ ਉਸ ਸਟੇਟਮੈਂਟ ਕਹਿ ਲਓ, ਬਿਆਨ ਦੇ ਬਾਅਦ। ਹੁਣ ਇਹ ਦੇਖੋ ਕਿ ਇਹ ਕਿਸ ਅੰਦਾਜ਼ ਦੇ ਵਿੱਚ ਇਹ ਗੱਲਾਂ ਹੋਈਆਂ। ਕਿਹਾ ਜਾਂਦਾ 2011-12 ਦੇ ਵਿੱਚ ਹੀ ਇਹ ਗੱਲਾਂ ਹੋਈਆਂ ਸੀ, ਔਰ ਉਹ 2022 ਦੇ ਵਿੱਚ ਇਹਨਾਂ ਗੱਲਾਂ ਦੇ ਖੁਲਾਸੇ ਕਰ ਰਿਹਾ ਹੈ ਜੀ। ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਹੋਣ ਦੇ ਬਾਵਜੂਦ ਕੁਮਾਰ ਵਿਸ਼ਵਾਸ ਔਰ ਕੇਜਰੀਵਾਲ ਦੇ ਰਿਸ਼ਤੇ ਕੋਈ ਬਹੁਤ ਚੰਗੇ ਨਹੀਂ ਹੈ, ਇਹ ਸਾਰੀ ਦੁਨੀਆ ਜਾਣਦੀ ਹੈ। ਉਹਨਾਂ ਨੂੰ ਜਦ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਤੋਂ ਅਲੱਗ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ। ਅੱਜ ਇਹਨਾਂ ਖੁਲਾਸਿਆਂ ਨੂੰ ਕਰਨ ਦੀ ਗੱਲ ਕਰਕੇ ਉਹਨਾਂ ਨੇ ਇਹ ਗੱਲ ਪ੍ਰੂਵ ਕਰਦੀ ਕਿ ਉਹ ਦੂਜੀ ਰਿਵਾਇਤੀ ਪਾਰਟੀਆਂ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਹੈ ਕੁਮਾਰ ਵਿਸ਼ਵਾਸ, ਔਰ ਉਸ ਖੇਡ ਦੇ ਵਿੱਚ ਕੇਜਰੀਵਾਲ ਦਾ ਖੇਡ ਵਿਗਾੜਨਾ ਚਾਹੁੰਦਾ ਹੈ, ਜਿਹਦੇ ਕਰਕੇ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਨੂੰ ਅੱਤਵਾਦੀ ਬ੍ਰਾਂਡ ਕਰ, ਤੇਰਾ ਵੀ ਫਾਇਦਾ ਹੋਏਗਾ, ਸਾਡਾ ਵੀ ਹੋਏਗਾ। ਚਲੋ ਅੱਗੇ ਚੱਲ ਕੇ ਗੱਲ ਕੀਤੀ ਜਾਂਦੀ। ਬਿਲਕੁਲ ਠੀਕ ਹੈ। ਮੈਂ ਦੋਨਾਂ ਦਾ ਬਹੁਤ ਧੰਨਵਾਦ ਕਰਦਾ। ਦੋਸਤੋ, ਤੁਹਾਡਾ ਵੀ ਧੰਨਵਾਦ। ਬੇਸ਼ੁਮਾਰ ਸੁਨੇਹੇ ਨੇ ਤੁਹਾਡੇ ਕਮੈਂਟਸ ਰੂਪ ਚ ਅਸੀਂ ਲੈ ਨਹੀਂ ਸਕੇ ਕਿਉਂਕਿ ਬਹਿਸ ਦਾ ਮੁੱਦਾ ਭਖਵਾ ਹੈ ਤੇ ਉਹ ਚੱਲਦੀ ਰਵੇ, ਚੰਗਾ ਹੈ। ਮੈਂ ਇੰਟਰਪਟ ਨਹੀਂ ਕੀਤਾ ਆਪਣੇ ਮਾਣਯੋਗ ਐਕਸਪਰਟਸ ਨੂੰ। ਬਹੁਤ ਮਿਹਰਬਾਨੀ। ਧੰਨਵਾਦ ਜੀ, ਧੰਨਵਾਦ ਜੀ।